You'll come back, right? Yes, I will. ਬਾਲੀਵੁੱਡ ਦੇ ਵਿੱਚ 12 ਸਾਲ ਬਾਅਦ ਕਮਬੈਕ ਕਰ ਰਹੇ ਨੇ। मैं पंजाबी बंदा हाँ, पंजाब दा हाँ। जिथे मैनू चंगा पंजाबी प्रोजेक्ट मिले जरूर आवांगा, क्यों नहीं आवांगा। बच्ची मरी है ना, बीवी तो नहीं। बहुत ही खतरनाक विलन, क्योंकि मैं मानना है कि जिन्ना तकड़ा खतरनाक विलन होवे उन्ना वड्डा हीरो बनता है। ओनू कह एक और पैदा कर ले। मैं देखा यार इतने हॉलीवुड स्टाइल पिक्चर बन रही है, नॉट अ पंजाबी फिल्म, पर एक कमाल दी महफिल जिथे हज़ारों फैन से गए, एक औरत चीखना शुरू किया, आई वॉन्ट टू हैव योर बेबी। ये फ्रेज जड़ा है हर न्यूज़पेपर च आया, जिथे भी जावा उत्थे लोग लेडीज साथ से आई वॉन्ट टू हैव योर बेबी। मैं सोचा इन्ने बेबीज ਬਹੁਤ ਦੁविधा होगी। ये तो बहुत वड्डी रिस्पॉन्सिबिलिटी है, इन्नी रिस्पॉन्सिबिलिटी मैं नहीं ले सकता। इतने बड़ा बीबा लग रहा है, फिल्म में बिल्कुल राक्षस लग रहा है, राक्षस नहीं बड़ा डेंजरस बंदा लग रहा है। ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਨਿਊਜ਼ ਰੂਮ ਦੇ ਵਿੱਚ ਕਈ ਸੈਲੀਬ੍ਰਿਟੀਜ਼ ਆਉਂਦੇ ਨੇ ਤੇ ਅਸੀਂ ਤੁਹਾਡੀ ਉਹਨਾਂ ਦੇ ਨਾਲ ਮੁਲਾਕਾਤ ਵੀ ਕਰਵਾਉਂਦੇ ਆ। ਪਰ ਡੇਲੀ ਪੋਸਟ ਦੇ ਨਿਊਜ਼ ਰੂਮ ਦੇ ਵਿੱਚ ਆਏ ਨੇ ਵੈਟਰਨ ਐਕਟਰ ਕਬੀਰ ਬੇਦੀ। ਦਰਅਸਲ ਕਬੀਰ ਜੀ ਬਾਲੀਵੁੱਡ ਦੇ ਵਿੱਚ 12 ਸਾਲ ਬਾਅਦ ਕਮਬੈਕ ਕਰ ਰਹੇ ਨੇ ਤੇ ਉਸੇ ਕਮਬੈਕ ਦੇ ਨਾਲ ਉਹ ਡੇਲੀ ਪੋਸਟ ਦੇ ਆਫਿਸ ਵੀ ਆਏ ਨੇ। ਸਰ ਵੈਲਕਮ ਟੂ ਡੇਲੀ ਪੋਸਟ। Thank you so much, Ritika. Thank you so much. Happy to be at the Daily Post and happy to speak to you. ਤੇ ਸਾਰਿਆਂ ਨਾਲ ਗੱਲ ਕਰਾਂਗਾ ਹੁਣ। ਬੇਦੀ ਜੀ ਕਿੰਨੀ ਐਕਸਾਈਟਮੈਂਟ ਹੈ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਬਾਲੀਵੁੱਡ ਦੀ, ਕਿਉਂਕਿ ਤੁਸੀਂ ਬਾਲੀਵੁੱਡ ਹਾਲੀਵੁੱਡ ਇੰਨੀਆਂ ਸਾਰੀ ਸੀਰੀਜ਼ ਜਿਹੜੀਆਂ ਹੁਣ ਕਰ ਚੁੱਕੇ ਹੋ, ਕਿਉਂ ਸੋਚਿਆ ਤੁਹਾਨੂੰ ਕਿ ਤੁਹਾਨੂੰ ਬਾਲੀਵੁੱਡ ਦੇ ਵਿੱਚ ਕਮਬੈਕ ਕਰਨਾ ਚਾਹੀਦਾ ਹੈ? ਕਿਉਂ ਮੈਂ ਪੰਜਾਬੀ ਬੰਦਾ ਹਾਂ, ਪੰਜਾਬ ਦਾ ਹਾਂ, ਜਿੱਥੇ ਮੈਨੂੰ ਚੰਗਾ ਪੰਜਾਬੀ ਪ੍ਰੋਜੈਕਟ ਮਿਲੇ ਜ਼ਰੂਰ ਆਵਾਂਗਾ, ਕਿਉਂ ਨਹੀਂ ਆਵਾਂਗਾ। ਮੈਂ ਕੈਨੇਡਾ ਫਿਲਮਾਂ ਕੀਤੀਆਂ, ਤੇਲਗੂ ਫਿਲਮਾਂ ਕੀਤੀਆਂ, ਇਟਾਲੀਅਨ ਫਿਲਮਾਂ ਕੀਤੀਆਂ, ਸਪੈਨਿਸ਼ ਫਿਲਮਾਂ ਕੀਤੀਆਂ, ਅਮਰੀਕਨ ਫਿਲਮਾਂ ਕੀਤੀਆਂ, ਪੰਜਾਬੀ ਫਿਲਮ ਕਿਉਂ ਨਾ ਕਰਾਂ। ਇਹ ਤੇ ਆਪਣੀ ਗੱਲ ਹੋਈ, ਆਪਣੇ ਬੰਦੇ ਦੀ ਫਿਲਮ ਹੋਈ, ਆਪਣੇ ਬੰਦੇ ਦੀ ਫਿਲਮ ਹੋਈ। ਤੇ ਮੈਂ ਸਮਝਦਾ ਕਿ ਜੇ ਮੈਨੂੰ ਚੰਗਾ ਪ੍ਰੋਜੈਕਟ ਮਿਲੇ ਜਿਵੇਂ ਜੂਨੀਅਰ ਹੈ ਜ਼ਰੂਰ ਆਵਾਂਗਾ, ਕਿਉਂ ਨਹੀਂ ਆਵਾਂਗਾ। ਮੇਰਾ ਕੰਮ ਹੈ, ਫਰਜ਼ ਬਣਦਾ ਹੈ। ਕਿਰਦਾਰ ਬਾਰੇ ਜਾਣਨਾ ਚਾਹਾਂਗੇ ਕਿ ਜੂਨੀਅਰ ਫਿਲਮ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਤੁਹਾਡਾ ਹੈ? ਮੈਂ ਜੀ ਵਿਲਨ ਪਲੇ ਕਰਨਾ ਹੈ, ਬਹੁਤ ਹੀ ਖਤਰਨਾਕ ਵਿਲਨ, ਕਿਉਂਕਿ ਮੈਂ ਮੰਨਣਾ ਕਿ ਜਿੰਨਾ ਤਕੜਾ ਖਤਰਨਾਕ ਵਿਲਨ ਹੋਵੇ ਉਨਾ ਵੱਡਾ ਹੀਰੋ ਬਣਦਾ ਹੈ। ਕਿਉਂਕਿ ਜੇ ਹੀਰੋ ਵੱਡੇ ਵਿਲਨ ਨੂੰ ਓਵਰਕਮ ਕਰੇ ਉਹਦੀ ਮਤਲਬ ਅਹਿਮੀਅਤ ਆਪੇ ਇਨਕਰੀਜ਼ ਹੁੰਦੀ ਹੈ ਤੇ ਹੀਰੋ ਵਾਕਈ ਹੀਰੋ ਲੱਗਦਾ ਹੈ। ਜੇ ਲੱਗੇ ਕਿ ਵਿਲਨ ਕੋਈ ਖਾਸ ਗੱਲ ਨਹੀਂ ਹੈ ਤੇ ਹੀਰੋਇਜ਼ਮ ਕੋਈ ਗੱਲ ਨਹੀਂ ਰਹਿੰਦੀ ਉਹਦੇ 'ਚ। ਹੀਰੋ ਨੀਡਸ ਅ ਗੁੱਡ ਵਿਲਨ ਐਂਡ ਆਈ ਹੋਪ ਟੂ ਬੀ ਅ ਗੁੱਡ ਵਿਲਨ। ਸਾਡੇ ਨਾਲ ਖੁਸ਼ੀ ਸਰਾਮ ਵੀ ਨੇ, ਐਂਟਰਟੇਨਮੈਂਟ ਦਾ ਪੂਰਾ ਤੜਕਾ ਖੁਸ਼ੀ ਲਗਾਉਂਦੇ ਨੇ। ਖੁਸ਼ੀ ਕਿੰਨੀ ਕੁ ਐਕਸਾਈਟਮੈਂਟ ਹੈ, ਕਿਉਂਕਿ ਬੇਦੀ ਸਾਹਿਬ ਕਹਿ ਰਹੇ ਨੇ ਕਿ ਨਾ ਸਿਰਫ ਹੀਰੋ ਬਲਕਿ ਵਿਲਨ ਦਾ ਰੋਲ ਨਿਭਾਉਣਾ ਬਹੁਤ ਜਿਹੜਾ ਇੰਪੋਰਟੈਂਟ ਹੁੰਦਾ ਹੈ ਤੇ ਇਸ ਵਾਰ ਜੂਨੀਅਰ ਫਿਲਮ ਦੇ ਨਾਲ ਉਹ ਕਮਬੈਕ ਤਾਂ ਕਰ ਰਹੇ ਨੇ ਪਰ ਵਿਲਨ ਦਾ ਰੋਲ ਨਿਭਾਉਣਾ। ਬਿਲਕੁਲ ਜੀ। ਸੋ ਮੈਂ ਇੱਕ ਚੀਜ਼ ਜ਼ਰੂਰ ਤੁਹਾਡੇ ਕੋਲੋਂ ਬੇਦੀ ਸਰ ਪੁੱਛਣਾ ਚਾਹਨੀ ਆ। ਪਹਿਲਾਂ ਚੀਜ਼ ਹੁੰਦੀ ਸੀ ਕਿ ਹਾਂ ਹੀਰੋਇਜ਼ਮ, ਬਟ ਹੁਣ ਚੀਜ਼ਾਂ ਚੇਂਜ ਹੋ ਗਈਆਂ। ਹੁਣ ਕਹਿੰਦੇ ਸਕ੍ਰਿਪਟ ਹੀ ਹੀਰੋ ਆ, ਹੁਣ ਵਿਲਨ ਨੂੰ ਕਿਤੇ ਜ਼ਿਆਦਾ ਜਿਹੜਾ ਆ ਲੋਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ, ਉਹਨਾਂ ਦੇ ਕਰੈਕਟਰਸ ਨੂੰ ਜ਼ਿਆਦਾ ਇੰਜੋਏ ਕੀਤਾ ਜਾਂਦਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਇਸ ਬਦਲਾਅ ਨੂੰ ਲੈ ਕੇ? ਨਹੀਂ, ਸਕ੍ਰਿਪਟ ਤੇ ਹਮੇਸ਼ਾ ਸਭ ਤੋਂ ਵੱਡਾ ਹੀਰੋ ਹੈ, ਕਿਉਂਕਿ ਜੇ ਤੁਸੀਂ ਪਿਕਚਰ ਜਿੰਨਾ ਪੈਸਾ ਪਾਓ ਕੁਛ ਫਰਕ ਨਹੀਂ ਪੈਂਦਾ। ਜੇ ਲੋਕਾਂ ਨੂੰ ਸਟੋਰੀ ਚੰਗੀ ਨਹੀਂ ਲੱਗੀ ਉਹ ਨਹੀਂ ਆਉਣਗੇ। ਸੋ ਹੀਰੋ ਇਜ਼ ਆਲਵੇਜ਼ ਦ ਸਕ੍ਰਿਪਟ। ਉਹਨੂੰ ਛੱਡ ਕੇ ਹੀਰੋ ਦਾ ਫਿਲਮ ਇਜ਼ ਇੰਪੋਰਟੈਂਟ, ਵਿਲਨ ਇਜ਼ ਇੰਪੋਰਟੈਂਟ। ਮੈਂ ਹੀਰੋ ਦੇ ਰੋਲ ਵੀ ਕੀਤੇ ਨੇ, ਵਿਲਨ ਦਾ ਰੋਲ ਵੀ ਕੀਤਾ। ਜਿਸ ਤਰ੍ਹਾਂ ਇਸ ਫਿਲਮ 'ਚ ਜੇਮਸ ਬੌਂਡ ਦੀ ਫਿਲਮ 'ਚ ਮੈਂ ਵਿਲਨ ਦਾ ਰੋਲ ਕੀਤਾ, ਆਕਟੋਪਸ 'ਚ, ਉੱਥੇ ਸਿੱਖ ਦਾ ਰੋਲ ਕੀਤਾ, ਫਸਟ ਇੰਡੀਅਨ ਐਕਟਰ ਟੂ ਬੀ ਇਨ ਅ ਬੌਂਡ ਫਿਲਮ। ਤੇ ਮੈਂ ਕਈ ਰੋਲਸ ਕੀਤੇ ਨੇ, ਹੀਰੋਜ਼, ਵਿਲਨਸ, ਬ੍ਰਦਰਸ, ਨਾਓ ਫਾਦਰਸ ਈਵਨ। ਪਰ ਮੈਂ ਮੰਨਣਾ ਕਿ ਇੱਕ ਸਪੈਸ਼ਲ ਐਕਸਾਈਟਮੈਂਟ ਹੁੰਦੀ ਹੈ ਵਿਲਨ ਦੇ ਰੋਲ 'ਚ ਕਰਨ 'ਚ, ਕਿਉਂਕਿ ਜਿੱਥੇ ਵਿਲਨ ਆਉਂਦਾ ਹੈ ਉਹ ਬੰਦਾ ਅਨਪ੍ਰੈਡਿਕਟੇਬਲ ਹੁੰਦਾ ਹੈ, ਪਤਾ ਨਹੀਂ ਕਿ ਕੀ ਕਰੇਗਾ। ਹੀਰੋ ਯੂ ਨੋ ਹੈਜ਼ ਅ ਮਿਸ਼ਨ, ਉਹਨੇ ਕੁਝ ਕਰਨਾ ਹੀ ਹੈ, ਕੁਛ ਬਸ ਅਚੀਵ ਵਾਟ ਹੀ ਹੈਜ਼ ਟੂ ਅਚੀਵ, ਉਹਦਾ ਮਕਸਦ ਕਲੀਅਰ ਹੈ, ਉਹਦਾ ਡਾਇਰੈਕਸ਼ਨ ਕਲੀਅਰ ਹੈ। ਵਿਲਨ ਇਜ਼ ਦੀ ਅਨਪ੍ਰੈਡਿਕਟੇਬਲ ਫੈਕਟਰ। ਸੋ ਮੇਰੇ ਲਈ ਵਿਲਨ ਹਮੇਸ਼ਾ ਬਹੁਤ ਇੰਟਰਸਟਿੰਗ ਰਹਿੰਦੇ ਨੇ ਤੇ ਜੇ ਮੈਂ ਪਾਵਰਫੁਲ ਵਿਲਨ ਦਾ ਰੋਲ ਕਰਾਂ ਤੇ ਮੈਨੂੰ ਐਕਸਟਰਾ ਐਕਸਾਈਟਮੈਂਟ ਮਿਲਦੀ ਹੈ। ਇਸ ਫਿਲਮ ਵਿੱਚ
ਮੈਨੂੰ ਇਹੋ ਜਿਹਾ ਮੌਕਾ ਮਿਲਿਆ ਤੇ ਮੈਂ ਸਮਝਦਾ ਕਿ ਉਮੀਦ ਕਰਨਾ ਕਿ ਸਾਰੇ ਜਿਹੜੇ ਪਿਕਚਰ ਵੇਖਣ ਜਾਣ ਉਹਨਾਂ ਨੂੰ ਮਜ਼ਾ ਆਏ। ਇਸ ਵੇਲੇ ਗਦਰ ਹੋ ਰਿਹਾ ਐਂਡ ਆਈ ਐਮ ਵੈਰੀ ਹੈਪੀ ਫॉर ਸਨੀ, ਉਹ ਮੇਰਾ ਯਾਰ ਹੈ, ਵੈਰੀ ਵੈਲ ਡਿਜ਼ਰਵਡ। ਲੇਕਿਨ ਜਿਨ੍ਹਾਂ ਨੂੰ ਗਦਰ ਚੰਗੀ ਲੱਗੇਗੀ ਮੇਰੇ ਹਿਸਾਬ ਨਾਲ ਉਹਨਾਂ ਨੂੰ ਜੂਨੀਅਰ ਵੀ ਅੱਛੀ ਲੱਗੇਗੀ। ਅੱਛਾ, ਦੋਵਾਂ ਦਾ ਕੀ ਮੈਚ ਹੈ? ਸਿਮਿਲਰਿਟੀ ਇਹ ਹੈ ਦੋਨਾਂ 'ਚ ਬਹੁਤ ਹੀ ਇਮੋਸ਼ਨਲ ਸਟੋਰੀ ਹੈ। ਇਹਦੇ 'ਚ ਇੱਕ ਫਾਦਰ ਆਪਣੀ ਬੇਟੀ ਲਈ ਕੀ ਨਹੀਂ ਕਰ ਸਕਦਾ ਉਹ ਦਿਖਾਉਂਦੇ ਆ, ਪਰ ਐਕਸ਼ਨ ਵੀ ਕਮਾਲ ਦਾ ਹੈ। ਗਦਰ ਵਿੱਚ ਵੀ ਇਮੋਸ਼ਨਲ ਸਟੋਰੀ ਹੈ, ਨਾਲੇ ਕਮਾਲ ਦਾ ਐਕਸ਼ਨ ਹੈ। ਤੇ ਜਿਨ੍ਹਾਂ ਨੂੰ ਗਦਰ ਅੱਛੀ ਲੱਗੀ 100% ਜੂਨੀਅਰ ਅੱਛੀ ਲੱਗੇਗੀ, ਕਿਉਂਕਿ ਦਿਸ ਟੇਕਸ ਪੰਜਾਬੀ ਸਿਨੇਮਾ ਟੂ ਅ ਨਿਊ ਲੈਵਲ ਆਫ ਐਕਸ਼ਨ। ਬਿਕਾਜ਼ ਉਹਨਾਂ ਨੇ ਕਮਾਲ ਦੇ ਐਕਸ਼ਨ ਡਾਇਰੈਕਟਰਸ ਜਾਰਜੀਆ 'ਚ ਇਸਤੇਮਾਲ ਕੀਤੇ। ਤੇ ਮੈਂ ਦੇਖਿਆ ਯਾਰ ਇਹ ਤੇ ਹਾਲੀਵੁੱਡ ਸਟਾਈਲ ਪਿਕਚਰ ਬਣ ਰਹੀ ਹੈ, ਨਾਟ ਅ ਪੰਜਾਬੀ ਫਿਲਮ। ਤੇ ਜਿੱਥੇ ਪੰਜਾਬੀ ਫਿਲਮ ਦਾ ਸਟੈਂਡਰਡ ਵਧੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਅੱਛਾ ਖੁਸ਼ੀ, ਫਿਰ ਸੀਰੀ ਦੇ ਸਵੈਗ ਦੀ ਜਿਹੜੀ ਦੂਜੀ ਟੀਮ ਹੈ ਉਹਨਾਂ ਟੀਮ ਮੈਂਬਰਸ ਦੇ ਨਾਲ ਵੀ ਮਿਲਵਾ ਦਿਓ। ਬੀਦੀ ਜੀ ਸਾਡਾ ਨਾ ਸਪੈਸ਼ਲ ਸ਼ੋਅ ਜਾਂਦਾ ਐਂਟਰਟੇਨਮੈਂਟ ਸ਼ੋਅ ਸੀਰੇ ਦਾ ਸਵੈਗ। ਜੀ ਸੀਰੇ ਦਾ ਸਵੈਗ। ਸੀਰੇ ਦਾ ਸਵੈਗ, ਹਾਂਜੀ। ਅੱਛਾ ਠੀਕ ਤੇ ਹੈ। ਪੂਰੀ ਟੀਮ ਦੇ ਨਾਲ ਮਿਲਵਾਉਂਦੇ ਆ ਕਿਉਂਕਿ ਖੁਸ਼ੀ ਜਿਹੜੇ ਨੇ ਉਹ ਸਾਰਾ ਸ਼ੋਅ ਜਿਹੜਾ ਲੀਡ ਕਰ ਰਹੇ ਨੇ, ਕਿਉਂਕਿ ਇਹਨਾਂ ਨੇ ਸਾਰਾ ਜ਼ਿੰਮੇਵਾਰੀ ਲੈ ਰੱਖੀ ਹੈ ਪੰਜਾਬ ਦੇ ਲੋਕਾਂ ਦਾ ਪੂਰਾ ਐਂਟਰਟੇਨਮੈਂਟ ਰਿਸਪੌਂਸਿਬਿਲਿਟੀ ਕਰ ਰਹੇ ਹਾਂ, ਕਮਾਲ ਦੀ ਰਿਸਪੌਂਸਿਬਿਲਿਟੀ ਡੇਲੀ। ਤੁਸੀਂ ਸੌਂਦੇ ਕਿਸ ਤਰ੍ਹਾਂ ਹੋ? ਪ੍ਰੈਸ਼ਰ ਤਾਂ ਹਮੇਸ਼ਾ ਰਹਿੰਦਾ ਹੋਵੇਗਾ ਤੁਹਾਡੇ ਤੇ। ਵੈਰੀ ਗੁੱਡ, ਵੈਰੀ ਗੁੱਡ। ਤੇ ਉਹ ਵੀ ਤੁਹਾਡੇ ਤੋਂ ਬਹੁਤ ਸਾਰੇ ਸਵਾਲ ਪੁੱਛਣਾ ਚਾਹੁੰਦੇ ਨੇ। ਵੈਸੇ ਵੀ ਜਦੋਂ ਕੋਈ ਗੈਸਟ ਆਉਂਦੇ ਆ ਅਸੀਂ ਕਹਿੰਦੇ ਆ ਕਿ ਨਿਊਜ਼ ਰੂਮ ਜਿਹੜਾ ਹੈ ਬਹੁਤ ਲਾਈਵਲੀ ਹੋ ਜਾਂਦਾ ਹੈ। ਸਭ ਨੇ ਜੋ ਸਵਾਲ ਕਰਨੇ ਹੁੰਦੇ ਆ ਅਸੀਂ ਉਹਨਾਂ ਨੂੰ ਪੂਰਾ ਮੌਕਾ ਦਿੰਦੇ ਆ ਕਿ ਤੁਸੀਂ ਵੀ ਪੁੱਛ ਲਓ। ਹਾਂਜੀ ਈਸ਼ਾ। ਹਾਂਜੀ, ਹਾਈ ਸਰ। ਸੋ ਮੇਰਾ ਕੁਐਸਚਨ ਹੈ ਕਿ ਲਾਈਕ ਤੁਸੀਂ ਮਤਲਬ ਬਾਲੀਵੁੱਡ 'ਚ ਐਜ਼ ਅ ਵਿਲੀਅਨ ਕੰਮ ਕੀਤਾ ਹੈ, ਫਿਰ ਤੁਸੀਂ ਹਾਲੀਵੁੱਡ 'ਚ ਗਏ ਅਤੇ ਬਾਲੀਵੁੱਡ ਤੋਂ ਹਾਲੀਵੁੱਡ ਦਾ ਸਫ਼ਰ ਕਿੱਦਾਂ ਦਾ ਸੀ ਤੁਹਾਡਾ? ਲਾਈਕ ਤੁਸੀਂ ਕੋਈ ਆਡੀਸ਼ਨ ਜਰਨੀ ਸ਼ੇਅਰ ਕਰੋਗੇ, ਫਸਟ ਆਡੀਸ਼ਨ ਔਰ ਸਮਥਿੰਗ? ਤੁਹਾਡਾ ਮਤਲਬ ਸਵਾਲ ਛੋਟਾ ਲੇਕਿਨ ਜਵਾਬ ਬਹੁਤ ਲੰਬਾ ਹੈ, ਕਿਉਂਕਿ ਇਹ ਮੇਰੀ ਲਾਈਫ ਦੀ ਪੂਰੀ ਜਰਨੀ ਦਾ ਸਵਾਲ ਹੈ। ਜੇ ਤੁਸੀਂ ਮੇਰੀ ਲਾਈਫ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ, ਮੇਰੀ ਆਟੋਬਾਇਓਗ੍ਰਾਫੀ ਪੜ੍ਹੋ, ਸਟੋਰੀਜ਼ ਆਈ ਮਸਟ ਟੈਲ, ਐਮਾਜ਼ੋਨ 'ਤੇ ਮਿਲਦੀ ਹੈ। ਤੇ ਉਹਦੇ 'ਚ ਸਾਰੇ ਰੋਮਾਂਚਕ ਉਤਾਰ ਚੜਾਵ ਜਿਹੜੇ ਨੇ ਮੇਰੇ ਕਰੀਅਰ ਦੇ, ਕਿਸ ਤਰ੍ਹਾਂ ਮੈਂ ਪਾਰ ਕੀਤੇ ਹਾਲੀਵੁੱਡ, ਬਾਲੀਵੁੱਡ, ਯੂਰਪ, ਉਹ ਸਭ ਹੈ ਉਹਦੇ 'ਚ। ਬਟ ਇਨ ਅ ਵਰਡ, ਇੱਕ ਪੰਜਾਬੀ ਮੁੰਡਾ ਕਿਵੇਂ ਯੂਰਪ ਜਾ ਕੇ ਵੱਡਾ ਸਟਾਰ ਬਣਿਆ, ਉੱਥੇ ਸਟਾਰ ਬਣ ਕੇ ਹਾਲੀਵੁੱਡ ਕਿਵੇਂ ਜਾ ਕੇ ਜੇਮਸ ਬੌਂਡ ਦੀ ਫਿਲਮ ਕੀਤੀ, ਬੋਲਡ ਐਂਡ ਬਿਊਟੀਫੁਲ ਦੀ ਸੀਰੀਜ਼ ਕੀਤੀ, ਕਈ ਅਮਰੀਕਨ ਸੀਰੀਜ਼ ਕੀਤੇ, ਨਾਲੇ ਵਿੱਚ ਆ ਕੇ ਹਿੰਦੀ ਫਿਲਮਾਂ ਕੀਤੀਆਂ ਲਾਈਕ खून भरी मांग, like मोहनजोदारो, like यलगार, so many other films. So मेरी ज़िंदगी जिले तीन फिल्म इंडस्ट्री नाल मिली हुई है। So ਉਹਦੇ 'ਚ आना जाना बल्कि सब तो बड़ी ट्रेजिडी मेरी ज़िंदगी दी ये है कि शायद 40% मेरा करियर ਦਾ ਕੰਮ ਜਿਹੜਾ ਹੈ ਇਟਲੀ 'ਚ ਆਇਆ, ਇਟਾਲੀਅਨ 'ਚ ਹੈ। ਇੱਥੇ ਦੇ ਲੋਕ ਵੇਖ ਨਹੀਂ ਸਕਦੇ क्यों अमेरिकन सीरीज तो इतने आ भी जांदियां ने, लेकिन मैं चाहना कि किसी तरह इटालियन सीरीज जी मैं की वो भी इतने आके डब होके ब्रॉडकास्ट हो, ताकि लोग जान कि मैं यूरोपियन स्टार किस तरह बनया, की सी ओदा इफेक्ट, की सी ओदा मतलब, किस तरह के रोल किए मैं यूरोप च। इटली ने मैनू सब तो हाईएस्ट सिविलियन ऑनर दिता है, कैवलियर है, मतलब इज द हाईएस्ट सिविलियन ऑनर इन इटली। आपे समझ लो कि मैं किन्ना कीता इटली ते किन्नी फ्रस्ट्रेशन है मेरे अंदर कि इटली का काम इतने नहीं दिस रहा। फिर भी सारे मेरे पंजाबी भरा भैन जानते हैं कि मैं इंटरनेशनल एक्टर हैगा, तो बहुत कुछ कर चुका है इंटरनेशनली। ये बड़ी मैनू बहुत तसली दिंदी है। तो जब मैं आके पंजाबी फिल्म भी कर सकना है अपने बंदियां लई, अपनी भाषा दैन इट्स अ वेरी स्पैशल मोमेंट फॉर मी। ਖੁਸ਼ੀ ਕੁਝ ਪੁੱਛਣਾ ਚਾਹੋਗੇ? ਜੀ ਬਿਲਕੁਲ ਸਰ, ਮੈਂ ਦੇਖ ਰਹੀ ਸੀ ਤੁਸੀਂ ਕੁਝ ਦਿਨ ਪਹਿਲਾਂ ਹੀ ਕੁਝ ਪੁਰਾਣੀਆਂ ਤਸਵੀਰਾਂ ਨੂੰ ਸਾਂਝਾ ਕੀਤਾ, ਉਹਨਾਂ ਮੈਮਰੀਜ਼ ਨੂੰ ਤਾਜ਼ਾ ਕੀਤਾ ਇੰਸਟਾਗ੍ਰਾਮ 'ਤੇ, ਕੁਝ ਤੁਸੀਂ ਤਸਵੀਰਾਂ ਪਾਈਆਂ ਸੀ। ਸੋ ਹੁਣ ਜਦੋਂ ਇਕੱਲੇ ਬੈਠਦੇ ਹੋ ਤਾਂ ਕੀ ਕੁਝ ਘੁੰਮਦਾ ਹੈ, ਕਿਉਂਕਿ ਇੰਨੀ ਪਿਆਰੀ ਤੇ ਇੰਨੀ ਖੂਬਸੂਰਤ ਜਰਨੀ ਜਿਹੜੀ ਉਹ ਤੁਹਾਡੀ ਰਹੀ ਆ? ਇਹ ਵੀ ਸਵਾਲ ਛੋਟਾ, ਜਵਾਬ ਬੜਾ ਲੰਬਾ ਹੈ क्योंकि
ਜੇ ਤੁਸੀਂ ਮੇਰੀ ਆਟੋਬਾਇਓਗ੍ਰਾਫੀ ਪੜ੍ਹੋ ਉਹਦੇ 'ਚ ਕਈ ਫੋਟੋਗ੍ਰਾਫਸ ਨੇ ਹਿਸਟੋਰਿਕ ਫੋਟੋਗ੍ਰਾਫਸ ਵਿਦ ਇਨਕ੍ਰੈਡੀਬਲ ਪੀਪਲ ਇਨਕ੍ਰੈਡੀਬਲ ਸਿਚੁਏਸ਼ਨਸ ਇਹਦਾ ਇਨ ਸ਼ਾਰਟ ਆਂਸਰ ਦੇਣਾ ਬਹੁਤ ਮੁਸ਼ਕਿਲ ਹੈ ਲੇਕਿਨ ਮੇਰੀ ਜ਼ਿੰਦਗੀ ਬਹੁਤ ਹੀ ਕਲਰਫੁਲ ਰਹੀ ਹੈ ਐਟ ਅ ਪਰਸਨਲ ਲੈਵਲ ਰਿਲੇਸ਼ਨਸ਼ਿਪ ਲੈਵਲ ਪ੍ਰੋਫੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਬੰਦੇ ਮੇਰੀ ਜ਼ਿੰਦਗੀ ਦੇ ਬਾਰੇ ਕੁਝ ਜਾਣਨਾ ਚਾਹੁੰਦੇ ਨੇ ਜਾਂ ਕੁਝ ਮੇਰੇ ਲੈਸਨਸ ਸਿੱਖਣਾ ਚਾਹੁੰਦੇ ਨੇ ਆਪਣੇ ਆਪ ਨੂੰ ਉਸ ਸਿਚੁਏਸ਼ਨ ਤੋਂ ਬਚਾਉਣਾ ਚਾਹੁੰਦੇ ਨੇ ਐਂਡ ਟੂ ਸੈਲੀਬ੍ਰੇਟ ਮਾਈ ਗ੍ਰੇਟ ਮੂਮੈਂਟਸ ਉਹਦਾ ਜਵਾਬ ਕੀ ਹੋਇਆ ਇੱਕ ਹੀ ਜਵਾਬ ਹੈ ਮੇਰੀ ਆਟੋਬਾਇਓਗ੍ਰਾਫੀ ਪੜ੍ਹੋ ਅੱਛਾ ਜਿਸ ਤਰ੍ਹਾਂ ਬੇਦੀ ਸਰ ਕਹਿ ਰਹੇ ਹਨ ਕਿ ਬੜੀ ਕਲਰਫੁਲ ਰਹੀ ਤਾਂ ਮੈਂ ਸਰ ਨੂੰ ਪੁੱਛ ਰਹੀ ਸੀ ਮੈਂ ਕਿਹਾ ਜਦੋਂ ਤੁਹਾਨੂੰ ਇੰਟਰੋਡਿਊਸ ਕਰਨਾ ਹੈ ਕੈਨ ਆਈ ਯੂਜ਼ ਕੈਸਨੋਵਾ ਵਰਡ ਦੈਨ ਤੁਹਾਡਾ ਕੀ ਰਿਪਲਾਈ ਸੀ ਮੇਰਾ ਰਿਪਲਾਈ ਵਾਸ ਯੂ ਵਿਸ਼ ਮਾਈ ਵਾਈਫ ਵੋਂਟ ਅਲਾਉ ਇਟ ਬਟ ਕੈਸਨੋਵਾ ਤਾਂ ਕੈਸਨੋਵਾ ਹੀ ਅਮਨ ਕੀ ਸਵਾਲ ਕਰਨਾ ਚਾਹੁੰਦੇ ਬਿਲਕੁਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਬਾਲੀਵੁੱਡ 'ਚ ਕੰਮ ਕੀਤਾ ਜੀ। ਰੇਡੀਓ 'ਚ ਕੰਮ ਕੀਤਾ ਹਾਲੀਵੁੱਡ 'ਚ ਵੀ ਕੰਮ ਕੀਤਾ ਹੁਣ ਬਾਲੀਵੁੱਡ 'ਚ ਵੀ ਤੁਹਾਡੀ ਐਂਟਰੀ ਹੋ ਗਈ ਸਭ ਤੋਂ ਜ਼ਿਆਦਾ ਤੁਹਾਨੂੰ ਮਜ਼ਾ ਕਿੱਥੇ ਆਇਆ ਕੰਮ ਕਰਨ 'ਚ ਮੈਨੂੰ ਮਜ਼ਾ ਆਉਂਦਾ ਕੰਮ ਕਰਨ ਦਾ ਚਾਹੇ ਜਿੱਥੇ ਵੀ ਹੋਏ ਚਾਹੇ ਤੇਲਗੂ ਫਿਲਮ ਹੋਏ ਕੈਨੇਡਾ ਫਿਲਮ ਹੋਏ ਹਿੰਦੀ ਫਿਲਮ ਹੋਏ ਬਾਲੀਵੁੱਡ ਫਿਲਮ ਹੋਏ ਇਟਾਲੀਅਨ ਫਿਲਮ ਹੋਏ ਪੰਜਾਬੀ ਫਿਲਮ ਹੋਏ ਕੰਮ ਚੰਗਾ ਹੋਏ ਮਜ਼ਾ ਉਹਦੇ 'ਚ ਹੈ ਲੈਂਗੁਏਜ ਇੱਕ ਜ਼ਰੀਆ ਹੁੰਦਾ ਹੈ ਮਜ਼ਾ ਆਉਂਦਾ ਹੈ ਜਦ ਪਰਫਾਰਮੈਂਸ ਦਾ ਮੌਕਾ ਮਿਲੇ ਕਿਸੇ ਨੂੰ ਕੋਈ ਐਸੀ ਓਪਰਚੁਨਿਟੀ ਮਿਲੇ ਜਿੱਥੇ ਮੈਂ ਆਪਣੀ ਪਾਵਰ ਪਰਫਾਰਮੈਂਸ ਦਿਖਾ ਸਕਾਂ ਉੱਥੇ ਮੈਨੂੰ ਮਜ਼ਾ ਆਉਂਦਾ ਹੈ ਤੇ ਜਿੱਥੇ ਵੀ ਮੈਂ ਕੁਝ ਕਰ ਬੈਠਾ ਜਿਹਨੇ ਲੋਕਾਂ ਦੇ ਦਿਮਾਗ ਤੇ ਅਸਰ ਪਾਇਆ ਹਾਰਟ ਨੂੰ ਟੱਚ ਕੀਤਾ ਹੈ ਉਹ ਸਭ ਤੋਂ ਵੱਡੀ ਸੈਟੀਸਫੈਕਸ਼ਨ ਹੁੰਦੀ ਹੈ ਹਰ ਇੱਕ ਐਕਟਰ ਦੀ ਤੇ ਮੈਨੂੰ ਐਸੇ ਕਈ ਓਪਰਚੁਨਿਟੀ ਮਿਲੇ ਨੇ for instance Khoon Bhari Maang touched a lot of people Sandokan my series in Europe touched a lot of people James Bond film touched a lot of people Bold and Beautiful touched a lot of people so ਜਿੱਥੇ ਵੀ ਲੋਕਾਂ ਦੇ ਦਿਲ ਦੇ ਦਿਮਾਗ ਤੇ ਬਹੁਤ ਵੱਡਾ ਅਸਰ ਪੈਂਦਾ ਹੈ ਉਹ ਰਿਵਾਰਡ ਐਕਚੁਅਲੀ ਸਭ ਤੋਂ ਵੱਡਾ ਹੁੰਦਾ ਹੈ ਸੈਟੀਸਫੈਕਸ਼ਨ ਉਹ ਸਭ ਤੋਂ ਹਾਈਐਸਟ ਹੈ ਬਿਲਕੁਲ ਤੁਸੀਂ ਹਾਲੀਵੁੱਡ 'ਚ ਕੰਮ ਕੀਤਾ ਯੂਰਪ ਦੇ ਵਿੱਚ ਮੈਂ ਤੁਹਾਡੀ ਇੰਟਰਵਿਊ ਦੇਖ ਰਹੀ ਸੀ ਤੇ ਉਸ ਦੇ ਵਿੱਚ ਇੱਕ ਬੜਾ ਹੀ ਮਤਲਬ ਮਜ਼ਾਕੀਆ ਮਜ਼ੇਦਾਰ ਸਵਾਲ ਸੀਗਾ ਤੁਹਾਨੂੰ ਉੱਥੇ ਦੀ ਲੇਡੀਜ਼ ਨੇ ਬੜੇ ਕਮੈਂਟਸ ਕੀਤੇ ਕੋਈ ਇੱਕ ਕਮੈਂਟ ਦੱਸੋ ਕੰਪਲੀਮੈਂਟ ਵੀ ਕਮੈਂਟ ਮੈਂ ਦੱਸਣਾ ਇੱਕ ਵਾਰੀ ਮੈਂ ਸਪੇਨ ਸੀਗਾ ਉੱਥੇ ਕਮਾਲ ਦੇ ਸੀਨਸ ਹੋਏ ਪਰ ਇੱਕ ਕਮਾਲ ਦੀ ਮਹਿਫਿਲ ਵਿੱਚ ਜਿੱਥੇ ਹਜ਼ਾਰਾਂ ਫੈਨ ਸੀਗੇ ਇੱਕ ਔਰਤ ਚੀਖਣਾ ਸ਼ੁਰੂ ਕੀਤਾ ਆਈ ਵਾਂਟ ਟੂ ਹੈਵ ਯੋਰ ਬੇਬੀ ਇਹ ਫਰੇਜ਼ ਜਿਹੜਾ ਹੈ ਹਰ ਨਿਊਜ਼ਪੇਪਰ 'ਚ ਆਇਆ ਜਿੱਥੇ ਵੀ ਜਾਵਾਂ ਉੱਥੇ ਲੋਕ ਲੇਡੀਜ਼ ਉਸਤਾਦ ਸਰ ਆਈ ਵਾਂਟ ਟੂ ਹੈਵ ਯੋਰ ਬੇਬੀ ਮੈਂ ਸੋਚਿਆ ਇੰਨੇ ਬੇਬੀਜ਼ ਬਹੁਤ ਦੁਵਿਧਾ ਹੋ ਗਈ ਇਹ ਤੇ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ ਇੰਨੀ ਰਿਸਪੌਂਸਿਬਿਲਿਟੀ ਮੈਂ ਨਹੀਂ ਲੈ ਸਕਦਾ ਬਟ ਦ ਬਿਗੇਸਟ ਕੰਪਲੀਮੈਂਟ ਅ ਵੂਮਨ ਕੈਨ ਗਿਵ ਅ ਮੈਨ ਇਜ਼ ਟੂ ਸੇ ਆਈ ਵਾਂਟ ਟੂ ਹੈਵ ਯੋਰ ਬੇਬੀ ਗ੍ਰੇਟ ਅਮਨ ਕੁਐਸਚਨ ਵਾਸ ਰੀਅਲੀ ਗੁੱਡ ਇਸ ਤੋਂ ਪਤਾ ਚੱਲ ਰਿਹਾ ਰਿਸਰਚ ਕੀਤੀ ਹੈ ਜ਼ਰੂਰੀ ਸੀ ਅੱਛਾ ਕੁਝ ਅਜਿਹਾ ਇਨਸੀਡੈਂਟ ਬੇਦੀ ਜੀ ਹੋਇਆ ਸੀਗਾ ਕਿ ਤੁਸੀਂ ਕਿਤੇ ਗਏ ਤੇ ਕੋਈ ਸੀਰੀਜ਼ ਕੀਤੀ ਸੀ ਤੇ ਬਹੁਤ ਕਰਾਊਡ ਸੀ ਤੇ ਤੁਸੀਂ ਦੇਖਿਆ ਕਿ ਬੜੀ ਆਡੀਅנס ਹੈ ਤੇ ਕਿਸੇ ਨੇ ਤੁਹਾਨੂੰ ਕਿਹਾ ਇਹ ਤੁਹਾਡੇ ਲਈ ਆਏ ਹੈ ਐਂਡ ਯੂ ਵਰ ਸਰਪ੍ਰਾਈਜ਼ ਕੀ ਹੋਇਆ ਕਿ ਜਦ ਮੈਂ ਯੂਰਪੀਅਨ ਸੀਰੀਜ਼ ਕੰਪਲੀਟ ਕਰ ਚੁੱਕਿਆ ਸੀ ਉਹਨਾਂ ਨੇ ਆ ਕੇ ਮੈਨੂੰ ਸਿਲੈਕਟ ਕੀਤਾ ਆਡੀਸ਼ਨ ਕੀਤਾ ਰੋਲ ਮੈਨੂੰ ਮਿਲਿਆ ਉਹਦੀ ਸ਼ੂਟਿੰਗ ਅਸੀਂ ਮਲੇਜ਼ੀਆ 'ਚ ਕੀਤੀ ਤੇ ਮੈਨੂੰ ਉਸ ਵੇਲੇ ਪਤਾ ਨਹੀਂ ਚੱਲ ਰਿਹਾ ਸੀ ਮੇਰੀ ਸੀਰੀਜ਼ ਚੱਲ ਰਹੀ ਹੈ ਚੰਗੀ ਜਾਂ ਨਹੀਂ ਚੱਲ ਰਹੀ ਹੈ ਪ੍ਰੋਡਿਊਸਰ ਨੇ ਸੋਚਿਆ ਕਬੀਰ ਨੂੰ ਡਾਇਰੈਕਟਰ ਨੇ ਫੋਨ ਕੀਤਾ ਹੋਣਾ ਡਾਇਰੈਕਟਰ ਸੋਚਿਆ ਏਜੰਟ ਨੇ ਫੋਨ ਕੀਤਾ ਮੈਂ ਕਿਸੇ ਫੋਨ ਨਹੀਂ ਕੀਤਾ ਤੇ ਮੈਂ ਫੋਨ ਲਗਾਇਆ ਤਾਂ ਨੰਬਰ ਨਹੀਂ ਮਿਲ ਰਿਹਾ ਤਾਂ ਆਈ ਡਿਸਾਈਡ ਟੂ ਗੋ ਦੈਰ ਉਸ ਵੇਲੇ ਪ੍ਰਵੀਨ ਬਾਬੀ ਮੇਰੀ ਲਾਈਫ ਵਿੱਚ ਸੀਗੀ ਇਕੱਠੇ ਅਸੀਂ ਇਟਲੀ ਗਏ ਰੋਮ 에ਅਰਪੋਰਟ ਤੋਂ ਜਦ ਮੈਂ 에ਅਰਪਲੇਨ ਤੋਂ ਉਤਰ ਰਿਹਾ ਸੀ ਸੀੜੀਆਂ ਸੀ ਉਹਨਾਂ ਦਿਨਾਂ 'ਚ ਤੇ ਮੈਂ ਦੇਖਿਆ ਕਿ ਥੱਲੇ ਸਾਰੇ ਪੈਪਰਾਜ਼ੀ ਖਲੋਤੇ ਨੇ ਫਲੈਸ਼ਿੰਗ ਵਿਦ ਕੈਮਰਾਸ ਮੈਂ ਸੋਚਿਆ ਕਿਹਨੂੰ ਫੋਟੋਗ੍ਰਾਫ ਕਰ ਰਹੇ ਨੇ ਮੈਂ ਪਿੱਛੇ ਮੁੜ ਕੇ ਦੇਖ ਰਿਹਾ ਮੇਰੇ ਪਿੱਛੇ ਕੌਣ ਸੈਲੀਬ੍ਰਿਟੀ ਖੜਾ ਹੈ ਤੇ ਪ੍ਰਵੀਨ ਨੇ ਕੋਣੀ ਮਾਰੀ ਗਈ देयर फॉर यू स्माइल then I realized अच्छा मेरी सीरीज हिट हो गई है and I started waving to everybody लेकिन that was a very big moment because it changed my life forever realizing that I had become
a major European star. It had a 32% share, which broke every record in Europe. That record has not been equal till today. And it made me a star across Europe, not just Italy. So that was a life-changing moment. And then many things happened in Italy, many fantastic stories. That's why मेरी autobiography the title है Stories I Must Tell. Any stories है किताब विच मैं दस नहीं सकता, लेकिन बहुत stories है. It's impossible to narrate all because ਇੱਕੋ ਇੰਟਰਵਿਊ ਹੈ, time limited ਹੈ. ਸਟੋਰੀਜ਼ ਬਹੁਤ ਹੀ ਹੈਗੀਆਂ ਨੇ. ਵੈਸੇ ਮੈਨੂੰ ਬਹੁਤ ਵਧੀਆ ਲੱਗਿਆ ਦ ਵੇ ਯੂ ਵਰ ਟੈਲਿੰਗ ਕਿ ਉਸ ਟਾਈਮ ਮੇਰੀ ਲਾਈਫ 'ਚ ਪ੍ਰਵੀਨ ਬਾਵੇ ਹੀ ਸੀਗੇ ਹੈ ਨਾ, ਤੇ ਤੁਸੀਂ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਵੀ ਸਾਰਾ ਕੁਝ ਦੱਸਿਆ ਹੋਇਆ ਹੈ ਕਿ ਤੁਸੀਂ ਕਿਹਨੂੰ ਡੇਟ ਕੀਤਾ, ਕਿੰਨੀ ਗਰਲਸ ਨੂੰ ਹੁਣ ਤੱਕ ਡੇਟ ਕੀਤਾ, ਐਂਡ ਨੰਬਰ ਕਦੇ ਤੁਸੀਂ ਗਿਣੇ? ਨੰਬਰ ਨਹੀਂ, it's not a matter of number, it's a matter of depth. What is the depth of a relationship you have with a woman and giving due respect to the woman? I've discussed my relationship with Parveen Babi in great depth. I've discussed my relationship with my first wife, Prathama, in great depth. Because it's important, wherever there is a relationship, जदे भी किते रिश्ता होता है, असल उस रिश्ते की होता है between a man and woman, only that man and that woman know. And it is important for me to tell people exactly what happened, because Parveen also had her say, and there's not much discrepancy between us, but I have done it to the extent of sharing the emotions of the most important moment in our relationship like a screenplay. So that was important, with great respect for her memory, because she was a very important part of my life. She was a very smart, intelligent woman, and she was afflicted with a mental problem which got worse, but it didn't change the remarkable woman that she was, and I still respect her for that. अच्छा, अपनी गल्लां बातां दा सिलसिला इसी तरह जारी रहेगा. हाय अमीक, हाय सृष्टि. उधर ही रह गए. जूनियर, हाँ यार प्लीज. ਵੈਲਕਮ ਅਮੀਕ, ਵੈਲਕਮ ਸ੍ਰਿਸ਼ਟੀ. ਅਮੀਕ ਤੁਸੀਂ ਪਹਿਲਾਂ ਵੀ ਆਏ ਹੋ ਨਾ ਨਿਊਜ਼ ਰੂਮ ਦੇ ਵਿੱਚ, ਤੇ ਪਰ ਡਿਫਰੈਂਟ ਮੂਵੀ ਨਾਲ. ਡਿਫਰੈਂਟ ਮੂਵੀ, ਡਿਫਰੈਂਟ ਸ਼ੇਡ ਆਫ ਕੈਰੈਕਟਰ, ਡਿਫਰੈਂਟ ਲੁੱਕ. ਹਾਂਜੀ, ਲੁੱਕ ਤਾਂ ਬੜੀ ਚੇਂਜ ਲੱਗ ਰਹੀ ਹੈ. ਇਹ ਲੁੱਕ ਇੱਥੇ ਬੜਾ ਬੀਬਾ ਲੱਗ ਰਿਹਾ ਹੈ, ਫਿਲਮ ਵਿੱਚ ਬਿਲਕੁਲ ਰਾਖਸ਼ ਲੱਗ ਰਿਹਾ. ਰਾਖਸ਼ ਨਹੀਂ, ਬੜਾ ਡੇਂਜਰਸ ਬੰਦਾ ਲੱਗ ਰਿਹਾ, ਕਿਉਂਕਿ ਉਹਦਾ ਲੁੱਕ ਫਿਲਮ ਵਿੱਚ ਵਾਕਈ ਬਹੁਤ ਹੀ ਖਤਰਨਾਕ ਹੈ. ਇੰਨੇ ਡੇਂਜਰਸ ਵਿਲਨ ਨੂੰ ਜੇ ਲੁੱਕ ਵਾਈਜ਼ ਟੱਕਰ ਦੇਣੀ ਹੋਵੇ ਤਾਂ ਥੋੜਾ ਜਿਹਾ ਡੇਂਜਰਸ ਤੇ ਲੱਗਣਾ ਚਾਹੀਦਾ ਨੇ. ਸਾਹਮਣੇ ਪੇਸ਼ ਵੀ ਹੋਣਾ ਸੀ ਸਰ ਦੇ, ਖਲੋਣਾ ਵੀ ਸੀ, ਡਾਇਲੌਗ ਵੀ ਬੋਲਣੇ ਸੀਗੇ, ਤੇ ਫਿਰ ਮੈਂ ਕਿਹਾ ਯਾਰ ਨੇੜੇ ਤੇੜੇ ਤੇ ਹੋਣਾ ਚਾਹੀਦਾ. ਬੜਾ ਹੈਂਡਸਮ ਬੰਦਾ ਹੈ ਅਮੀਕ, ਐਜ਼ ਇਜ਼ ਸ੍ਰਿਸ਼ਟੀ, ਬਿਊਟੀਫੁਲ ਗਰਲ, ਬਿਊਟੀਫੁਲ. ਅੱਛਾ, ਮੈਨੂੰ ਖੁਸ਼ੀ ਤੁਸੀਂ ਦੱਸ ਰਹੇ ਸੀਗੇ ਕਿ ਇਹਨਾਂ ਟ੍ਰੇਲਰ ਜਿਹੜਾ ਹੈ ਉਹ ਬਹੁਤ ਪ੍ਰੋਮਿਸਿੰਗ ਹੈ. ਬਿਲਕੁਲ ਬਿਲਕੁਲ. ਸੋ ਮੈਂ ਅਮੀਕ ਸਰ ਨਾਲ ਜਦੋਂ ਵੀ ਗੱਲ ਹੋਈ ਆ ਉਦੋਂ ਵੀ ਇਹਨਾਂ ਨੂੰ ਦੱਸਿਆ ਸਰ, ਈਵਨ ਕਿ ਸਾਡੀ ਟੀਮ ਬੈਠੀ ਹੋਈ ਸੀ, ਤੇ ਜਦੋਂ ਇਹਨਾਂ ਨੇ ਟ੍ਰੇਲਰ ਦੇਖਿਆ ਤੇ 2-3 ਵਾਰ ਟ੍ਰੇਲਰ ਦੇਖਣ ਤੋਂ ਬਾਅਦ ਮੈਨੂੰ ਇੱਕ ਹੀ ਚੀਜ਼ ਪੁੱਛੀ, ਪੰਜਾਬੀ ਫਿਲਮ ਆ, ਹਾਲੀਵੁੱਡ ਲੱਗ ਰਹੀ ਹੈ. ਕਿ ਇਹ ਚੀਜ਼ ਦੀ ਡਿਸਕਸ਼ਨ ਜਿਹੜੀ ਨਾਰਮਲ ਹਰ ਜਗ੍ਹਾ 'ਤੇ ਹੋ ਰਹੀ ਹੈ, ਤੁਹਾਨੂੰ ਵੀ ਪਰਸਨਲੀ ਬਹੁਤ ਕਾਲ, ਬਹੁਤ ਮੈਸੇजेस, ਬਹੁਤ ਸਾਰੇ ਤੁਸੀਂ ਵੀ ਕਮੈਂਟਸ ਲੋਕਾਂ ਦੇ ਰੀਡ ਕੀਤੇ ਹੋਣਗੇ. ਹੁਣ ਫਿਲਮ ਰਿਲੀਜ਼ ਹੋਣ ਵਾਲੀ ਹੈ, ਰਿਜ਼ਲਟ ਆਉਣ ਵਾਲਾ ਹੈ, ਕਿਵੇਂ ਓਵਰਆਲ ਇਸ ਟਾਈਮ 'ਤੇ ਕੀ ਕੁਝ ਚੱਲ ਰਿਹਾ ਮਿਕਸਰ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੀ ਹਾਂ. ਮੈਮ ਮੈਨੂੰ ਲੱਗਦਾ ਅਸੀਂ ਤੇ ਪਾਰਟੀ ਸ਼ੁਰੂ ਕਰਤੀ ਹੈ ਜੀ, ਕਿਉਂਕਿ ਬਿਕਾਜ਼ ਅਸੀਂ ਬਹੁਤ ਜ਼ਿਆਦਾ ਬਾਲੀਵੁੱਡ ਨੰਬਰਸ ਸੌਰੀ ਬਾਕਸ ਆਫਿਸ ਨੰਬਰਸ 'ਤੇ ਰਿਲਾਈ ਨਹੀਂ ਕਰਦੇ ਸੀਗੇ. ਸਾਨੂੰ ਸੀਗਾ ਵੀ ਜਿਵੇਂ ਸਰ ਬਹੁਤ ਜਾਣੀ ਮਾਣੀ ਸ਼ਖਸੀਅਤ ਨੇ, ਇਹ ਪੰਜਾਬ 'ਚ ਨਵੇਂ ਨੇ, ਮੈਂ ਵੈਸੇ ਹੀ ਨਵਾਂ, ਸਾਨੂੰ ਸੀਗਾ ਵੀ ਅਸੀਂ ਲੋਕਾਂ ਤੱਕ ਪਹੁੰਚ ਜਾਈਏ, ਬੜੀ ਵੱਡੀ ਗੱਲ ਹੈ. ਪਰ ਇਸ ਕਦਰ ਪਹੁੰਚਾਂਗੇ ਤੇ ਇਸ ਕਦਰ ਪਿਆਰ ਅੱਗੋਂ ਰਿਸੀਵ ਕਰਾਂਗੇ, ਇਹਦੀ ਉਮੀਦ ਨਹੀਂ ਸੀਗੀ. ਚੀਜ਼ ਵਧੀਆ ਬਣ ਕੇ ਸਾਨੂੰ ਪਤਾ ਸੀਗੀ, ਬਟ ਫਿਰ ਵੀ ਇੱਕ ਆਡੀਅנס ਦੀ ਨਬਜ਼ ਨਹੀਂ ਤੁਸੀਂ ਫੜ ਸਕਦੇ. ਬਟ ਮੈਨੂੰ ਲੱਗਦਾ ਵੀ ਉਹ ਮਤਲਬ ਜਿਹੜਾ ਪਿਆਰ ਤੇ ਹੰਗਾਰਾ ਸਾਨੂੰ ਮੁੜ ਕੇ ਆਡੀਅנס ਨੇ ਦਿੱਤਾ ਹੈ, ਉਹਦਾ ਤੇ ਜਸ਼ਨ ਮਨਾਉਣਾ ਬਣਦਾ ਜੀ. ਅਸੀਂ ਤੇ ਉਹਨੂੰ ਬਸ ਜੀ ਰਹੇ ਹਾਂ ਜੀ ਉਸ ਚੀਜ਼ ਨੂੰ. ਸ੍ਰਿਸ਼ਟੀ, ਕਿਵੇਂ ਡੈਬਿਊ ਕਰ ਰਹੇ ਹੋ ਪੰਜਾਬੀ ਇੰਡਸਟਰੀ ਦੇ ਵਿੱਚ, ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਹੈ, ਹਰ ਇੱਕ ਚੀਜ਼ ਕਿਵੇਂ ਇੰਜੋਏ ਕਰ ਰਹੇ ਹੋ ਤੁਸੀਂ, ਆਪਣੇ ਫੀਲਿੰਗਸ, ਆਪਣਾ ਐਕਸਪੀਰੀਅੰਸ? इन्जॉय ऑब्वियसली बहुत ज़्यादा कर रही हूँ. बाकी इतना एक्सपेक्ट नहीं किया था कि इतनी एक्सेप्टेंस और इतना प्यार मिलेगा. तुम चाह रहे हो ट्राई कर लो. ਅੱਛਾ, ਸ਼ਰਤ ਵੀ ਸੁਣਦੇ ਆ, ਸ਼ਰਤ ਵੀ ਪੱਕਾ ਸੁਣਾਂਗੇ. ਮੈਂ ਇਹਨਾਂ ਨੂੰ ਕਿਹਾ ਸੀਗਾ ਪੰਜਾਬੀ ਬੋਲਣੀ ਆ, ਤੇ ਇਹ ਕਹਿੰਦੇ ਵੀ ਮੈਂ ਪੰਜਾਬੀ ਜਦੋਂ 100% ਕਰ ਲਾਂਗੀ ਆਪਣੀ, ਮੈਂ 99 ਤੇ ਵੀ ਨਹੀਂ ਬੋਲਣੀ, ਮੈਂ 100 ਤੇ ਹੀ ਬੋਲਾਂਗੀ ਤਾਂ ਕਿ ਮਤਲਬ ਕੱਚੀ ਨਾ ਹੋਵੇ ਗੱਲ. ਫਿਰ ਕਹਿੰਦੀ ਮੈਂ ਐਕਸ਼ਨ ਕਰਨਾ. ਮੈਂ ਕਿਹਾ ਜੀ ਸੈਕੰਡ ਪਾਰਟ 'ਚ ਮੈਂ ਪੱਕਾ ਐਕਸ਼ਨ ਦਊਂਗਾ, ਤੇ ਕੋਈ ਵੀ ਇੰਟਰਵਿਊ ਹੁੰਦੀ ਸੀ ਨਹੀਂ ਹੋਣੀ ਚਾਹੀਦੀ. ਫਿਰ ਸੋ ਐਤਕੀ ਇਹਨਾਂ ਨੂੰ ਅਲਾਉ ਕੀਤਾ ਹੋਇਆ ਸੀ. ਪਹੁੰਚੇ ਨੇ 70-80% ਕਿਤੇ ਤੱਕ? ਫਿਰ ਇੱਕ ਲਾਸਟ ਡਾਇਲੌਗ ਫਿਲਮ ਦਾ ਬੁਲਵਾਇਆ, ਤੁਹਾਨੂੰ ਫਿਰ ਪਤਾ ਲੱਗੇਗਾ ਪੰਜਾਬੀ ਕਿਵੇਂ ਦੀ ਹੈ. ਹਾਂਜੀ ਹਾਂਜੀ,
तो ओवरऑल एक्सपीरियंस बहुत अच्छा रहा। आई थिंक इससे बेटर डेब्यू मांग नहीं सकती थी मैं। आई गॉट टू अनफॉर्चुनेटली सबके साथ स्क्रीन नहीं शेयर कर पाई, बट उनके साथ एक प्रोजेक्ट शेयर करना ही बहुत बड़ी बात है मेरे लिए। और पंजाब से ढेर सारा प्यार मिला है। एक्सपेक्ट नहीं किया था कि इतनी एक्सेप्टेंस और इतना प्यार मिलेगा। और पंजाब की जो खातिर है और यहाँ का जो वार्मथ है वो आई थिंक पूरे इंडिया में वैसे ही इतना मशहूर है। तो आके इस बार खुद एक्सपीरियंस किया मैंने। एक बार मैं चाहनी कि लुक दिखा दो अमीक सर दी। इस लुक ਨੂੰ ਲੈ ਕੇ ਅੰਚ ਕਿੰਨਾ ਟਾਈਮ ਲੱਗਾ? 4 ਸਾਲ ਦੀ ਤਾਂ ਇੱਕ ਲੰਬੀ ਜਰਨੀ ਹੈ। ਹਾਰਡ ਵਰਕ ਦੀ ਗੱਲ ਕਰੀਏ, ਸਕ੍ਰਿਪਟ ਦੀ ਗੱਲ ਕਰੀਏ, ਫਿਲਮ ਦੀ ਗੱਲ ਕਰੀਏ, ਕਿੰਨੀ ਮਿਹਨਤ ਜਿਹੜੀ ਇਹ ਜਰਨੀ ਹੈ ਕਿਵੇਂ ਪੋਸੀਬਲ ਹੋਈ ਇਹ ਚੀਜ਼? ਜਿਹੜਾ 4 ਸਾਲ ਦੀ ਜਰਨੀ ਸੀਗੀ ਮੈਮ ਡੈਫੀਨਿਟਲੀ, ਬਟ ਜਿਹੜਾ ਮੇਨ ਸਭ ਤੋਂ ਔਖਾ ਕੰਮ ਸੀਗਾ ਉਹ ਜਿਹੜਾ ਵੀ ਬੀਇੰਗ ਫਰੋਮ ਪੰਜਾਬ, ਜਿਹੜਾ ਕਿ ਖਾਣ ਪੀਣ ਵਾਸਤੇ ਮੰਨਿਆ ਜਾਂਦਾ। ਜਦੋਂ ਖਾਣ ਪੀਣ ਛੱਡਣਾ ਪਿਆ ਕੁਝ ਸਾਲਾਂ ਲਈ, ਤੁਹਾਨੂੰ ਉਹ 'ਚ ਇੱਕ ਡਾਇਟ ਮੇਨਟੇਨ ਕਰਕੇ ਰੱਖਣੀ ਪੈਂਦੀ ਜਿਹਦੇ 'ਚ ਸਵਾਦ ਨਾਮ ਦਾ ਕੁਝ ਵੀ ਨਹੀਂ ਹੁੰਦਾ। ਤੁਹਾਨੂੰ ਹਰ ਇੱਕ ਤਰ੍ਹਾਂ ਦਾ ਬਲੈਂਡ ਫੂਡ ਖਾਣਾ ਪੈਂਦਾ। ਉਹ ਸਭ ਤੋਂ ਔਖਾ ਸੀਗਾ ਵੀ ਜਦੋਂ ਤੁਹਾਡੇ ਨਾਲ ਬੈਠੇ ਜਿਵੇਂ ਵੰਨ ਸਵੰਨੇ ਪਕਵਾਨ ਆ ਰਹੇ ਨੇ ਜੀ, ਉਹ ਫਿਰ ਖਾ ਵੀ ਰਹੇ ਨੇ, ਇੰਜੋਏ ਵੀ ਕਰ ਰਹੇ ਨੇ, ਉਹਨਾਂ ਨੂੰ ਵੇਖਣਾ ਪਰ ਖਾ ਨਹੀਂ ਸਕਣਾ। ਦੈਟ ਵਾਜ਼ ਦ ਮੋਸਟ ਡਿਫਿਕਲਟ ਪਾਰਟ। ਤੇ ਉਹ ਪਰ ਠੀਕ ਹੈ, ਬਿਕਾਜ਼ ਏਮ ਵਾਜ਼ ਅ ਲਿਟਲ ਬਿਗਰ ਕਿ ਫਿਲਮ ਤੋਂ ਉੱਪਰ ਕਹਿੰਦੇ ਕੁਝ ਵੀ ਨਹੀਂ ਹੁੰਦਾ। ਉਹਦੇ ਨਾਲੇ ਹੁਣ 2 ਦਿਨ ਰਹਿ ਗਏ ਜੀ, ਫਿਰ ਹੁਣ ਕੁਲਚੇ ਛੋਲਿਆਂ ਦੀਆਂ ਤੋਂ ਬਾਅਦ। ਬ੍ਰੇਡਸ ਕਿੱਥੋਂ ਬਣਵਾਈਆਂ ਨੇ? ਅਸੀਂ ਖੁਸ਼ੀ ਦੀਆਂ ਵੀ ਬਣਵਾ ਸਕਦੇ, ਕਦੇ ਕਦੇ ਐਵੇਂ ਦਾ ਹੇਅਰ ਸਟਾਈਲ ਚੰਗਾ ਲੱਗੇਗਾ। ਮੈਂ ਇਹ ਬੰਬੇ ਤੋਂ ਲਿਆ ਸੀਗਾ ਜੀ ਪੰਗਾ। ਤੇ ਐਕਚੁਅਲੀ ਮੇਰੇ ਨਾ ਵਾਲ ਲੰਬੇ ਕਰਨੇ ਸੀਗੇ। ਜੂਨੀਅਰ 2 ਦਾ ਵੀ ਨਾ ਸ਼ੂਟ ਅਸੀਂ ਕਰ ਰਹੇ ਹਾਂ ਸਟਾਰਟ। ਉਹਦੇ ਸਟਾਰਟ ਫਿਲਮ ਦਾ ਬਹੁਤ ਮਤਲਬ ਵੱਡੀ ਸਾਰਾ ਕੁਝ ਵਾਈਲਡ ਜੇ ਇੱਕ ਲੁੱਕ ਨਾਲ ਆ। ਸੋ ਆਈ ਅਨਫੋਰਚੂਨੇਟਲੀ ਕੁਡ ਨਾਟ ਕੱਟ ਮਾਈ ਹੇਅਰ। ਤੇ ਹੋਰ ਸਮਝ ਨਹੀਂ ਸੀ ਆ ਰਿਹਾ ਕੀ ਕਰਾਂ। ਕਿਸੇ ਨੇ ਰეკਮੈਂਡ ਕੀਤਾ, ਬੰਬੇ ਕੋਈ ਹੈ ਨਹੀਂ, ਕਹਿੰਦੇ ਉਹਨਾਂ ਕੋਲੋਂ ਐਂ ਬਣਵਾ ਲਓ ਤੇ ਬੱਜੇ ਰਹਿਣਗੇ ਘੱਟੋ ਘੱਟ 3-4 ਦਿਨ। ਹਾਂਜੀ। ਕਿੰਨੇ ਦਿਨ ਚੱਲ ਜਾਂਦੇ ਆ? 15 ਦੇ ਕਹੇ ਨੇ ਉਹਨੇ। ਦੇਖੋ ਖੁਸ਼ੀ ਦੇਖ ਲਓ, 15 ਦਿਨ ਨਿਕਲ ਸਕਦੇ ਨੇ। ਹੋਰ ਫਿਰ ਹੈਗਾ ਫਾਰਮੂਲਾ ਜਿਹਾ, ਉਹ ਪਤਾ ਨਹੀਂ ਕਿਵੇਂ ਉਹ 6 ਮਹੀਨੇ ਵੀ ਕੱਢ ਜਾਂਦਾ। ਮੈਂ ਕਿਹਾ ਪਰ ਮੈਂ ਇੰਨੀ ਲੰਬੇ ਵੀ ਨਹੀਂ ਰੱਖਣਾ ਚਾਹੁੰਦਾ, 15 ਦਿਨ ਵਾਲਾ ਕਰਦੇ। ਟ੍ਰਿਕ ਜਿਹੜੀ ਹੈ, ਜੋ ਤਰੀਕਾ ਆਪਾਂ ਜ਼ਰੂਰ ਜਾਣਦੇ ਹਾਂ, ਇੰਟਰਵਿਊ ਤੋਂ ਬਾਅਦ ਵੀ ਕਿਤੇ ਨਾ ਕਿਤੇ ਕੰਮ ਆ ਜਾਏਗਾ। ਅੱਛਾ, ਇੱਕ ਚੀਜ਼ ਕਬੀਰ ਸਰ ਨੇ ਕੰਮ ਕੀਤਾ ਹੈ ਨਾ, ਤੁਸੀਂ ਇਕੱਠੇ ਨੇ ਕੰਮ ਕੀਤਾ, ਕੋਈ ਇੱਕ ਚੀਜ਼ ਜੋ ਤੁਹਾਨੂੰ ਲੱਗਦੀ ਕਿ ਇਸ ਫਿਲਮ 'ਚ ਸਰ ਦੇ ਨਾਲ ਕੰਮ ਕਰਨ ਤੋਂ ਬਾਅਦ ਹੁਣ ਤੁਹਾਡੇ ਵਿੱਚ ਆਈ? ਇਹਨਾਂ ਦਾ ਜਿਹੜਾ ਐਕਸਪੀਰੀਅੰਸ ਨਾਟ ਓਨਲੀ ਸਿਨੇਮਾ ਦਾ, ਜਿਹੜਾ ਲਾਈਫ ਦੇ ਐਕਸਪੀਰੀਅੰਸਸ ਨੇ। ਜਿਵੇਂ ਅਸੀਂ ਸਵੇਰ ਦੇ ਜਦੋਂ ਇਕੱਠੇ ਹਾਂ ਬਿਹਾਈਂਡ ਦ ਕੈਮਰਾਜ਼ ਨਾ, ਸਰ ਆਪਣੀ ਸਟੋਰੀਜ਼ ਹੀ ਸੁਣਾ ਰਹੇ ਨੇ ਸਾਨੂੰ ਬਈ, ਜਿਵੇਂ ਤੁਹਾਨੂੰ ਵੀ ਤੁਹਾਡੇ ਨਾਲ ਵੀ ਸ਼ੇਅਰ ਕੀਤੀਆਂ ਵੀ ਉਹ ਕਿਵੇਂ ਉਦੋਂ ਵੈਬ ਔਨਲਾਈਨ ਪਲੇਟਫਾਰਮਸ ਨਹੀਂ ਹੁੰਦੇ ਸੀਗੇ, ਕਿਵੇਂ ਲਾਈਕ ਰੈਪਿਡ ਫਾਇਰ ਕੁਐਸਚਨ ਸੀਗਾ ਸਰ ਨੇ ਉਦੋਂ ਆਨਸਰ ਜਿਹੜਾ ਕੀਤਾ ਸੀਗਾ ਵੀ ਇਹਨਾਂ ਨੂੰ ਪੁੱਛਿਆ ਸੀਗਾ ਵੀ 2 ਚੀਜ਼ਾਂ ਤੁਸੀਂ ਆਪਣੇ ਯੰਗਰ ਸੈਲਫ ਨੂੰ ਜੇ ਦੱਸਣੀਆਂ ਹੋਣ, ਸਮਝਾਉਣੀਆਂ ਹੋਣ, ਉਹ ਕੀ ਹੋਣਗੀਆਂ। ਫਿਰ ਜਿਹੜੇ ਉਹਨਾਂ ਨੇ ਉਹ ਜਵਾਬ ਦਿੱਤੇ ਨੇ ਨਾ, ਇਹ ਸਿਰਫ ਅੱਜ ਦੀ ਗੱਲ ਕਰ ਰਿਹਾ ਮੈਂ, ਤੁਸੀਂ ਇਮੈਜਿਨ ਕਰੋ ਵੀ ਅਸੀਂ ਪਿਛਲੇ ਮਤਲਬ ਆਲਮੋਸਟ ਸਾਲ ਤੋਂ ਇਨ ਟੱਚ ਹੈਗੇ ਆ। ਤੇ ਉਹ ਐਕਸਪੀਰੀਅੰਸਿਸ ਜਿਹੜੇ ਨੇ ਆਫ ਲਾਈਫ, ਉਹ ਸਾਨੂੰ ਨਹੀਂ ਆ ਸਕਦੇ ਨਾ, ਅਸੀਂ ਸੁਣੇ ਹੀ ਹੋ ਸਕਦੇ ਜਾਂ ਕੁਝ, ਇਹਨਾਂ ਨੇ ਜੀ ਹੋਏ ਨੇ ਉਹ। ਸੋ ਇਹ ਜਦੋਂ ਸੁਣਾਉਂਦੇ ਨੇ ਉਦੋਂ ਇੱਕਦਮ ਲੱਗਦਾ ਯਾਰ ਵੀ ਕਿੱਡੀ ਮਤਲਬ ਕਿਤੇ ਆ ਗੱਲ ਮਿਸ ਨਾ ਹੋ ਗਈ ਹੋਵੇ ਸਾਡੇ ਕੋਲੋਂ, ਜਾਂ ਇਹ ਲਾਗੂ ਕਰ ਲਈਏ ਝੱਟ ਦੇ ਨਹੀਂ ਲੇਟ ਨਾ ਹੋ ਜਾਈਏ। ਸੋ ਉਹ ਚੀਜ਼ਾਂ ਜੀਆਂ ਤੇ ਮੈਨੂੰ ਲੱਗਦਾ ਬੈਸਟ ਪਾਰਟ ਸੀਗਾ ਸਰ ਨਾਲ ਕੰਮ ਕਰਨ ਦਾ ਜੀ। ਲਾਸਟ ਟਾਈਮ ਆਪਣੀ ਗੱਲ ਹੋਈ ਤਾਂ ਹੈ ਨਾ, ਤੁਸੀਂ ਦੱਸਿਆ ਕਿ ਵੈਬ ਸੀਰੀ ਬਣਾਉਣੀ ਸੀ, ਉਸ ਤੋਂ ਬਾਅਦ ਫਿਲਮ ਦਾ ਜਿਹੜਾ ਥਾਟ ਆਇਆ। ਸ੍ਰਿਸ਼ਟੀ ਮੈਮ ਕੋਲੋਂ ਜਾਣਾਂਗੇ ਕਿ ਇਹਨਾਂ ਨੇ ਪ੍ਰੈਡਿਕਸ਼ਨ ਕੀਤੀ ਸੀ ਉਸ ਚੀਜ਼ ਦੀ कि हाँ ये फिल्म बनेगी। सो किमें वो चीज़ हुई? जब इन्होंने पहला अपना जो अर्मेनिया से स्टार्ट किया था शूट, एंड वहाँ से जब वो शूट करके वापस आए थे तो सबके माइंड में था कि एग्जीक्यूट हो पाएगा कि नहीं, जैसा सोचा है या व्हाटएवर। और उससे भी इतना मतलब मैं कह सकती हूँ 10 में से 100% एक्स्ट्रा और अच्छे तरीके से एग्जीक्यूट होके वापस आया। तो जब मैंने वो रफ फुटेज देखी, आई लुक्ड एट अमीक एंड आई सेड कि ये फिल्म ही बननी चाहिए। यू कैन नॉट वेस्ट इतना ग्रेट कंटेंट एंड इतना जो मेहनत की है, और जो इतनी ब्यूटीफुल एक टीम जो एक तो कास्ट होती है, उसके पीछे जो सिनेमाटोग्राफर से लेकर डायरेक्टर से लेकर जो हमारे बैकग्राउंड म्यूज़िक करते हैं, उन सब की जो टीम अमीक ने हैंड पिक करके इकट्ठी की थी, वो बनता था कि वो एक ऐसे स्केल पे रिलीज़ हो। दैट्स वाई आई थॉट कि हमें यही करना चाहिए। हो गए ਕਹਿੰਦੇ ਮੇਰੇ ਕੋਲ ਬਹੁਤ ਸਵਾਲ ਨੇ, ਪਰ ਆ ਦੇਖੋ ਜਿਹੜੀ ਲਾਈਨ ਲੱਗੀ ਹੋਈ ਆ, ਅਸੀਂ ਸਾਰਿਆਂ ਦੇ ਸਵਾਲ ਲੈਣੇ ਨੇ, ਇਹ ਬਾਅਦ ਵਿੱਚ ਮੈਨੂੰ ਕੁੱਟਣਗੇ ਆਫਿਸ ਦੇ ਵਿੱਚ। ਧੰਨਵਾਦ। ਅਸੀਂ ਕੈਸੇ ਨੋਵਾ ਕਹਿ ਰਹੇ ਸੀ, ਇਹ ਸਾਡੇ ਬਜ਼ਮ ਵਰਮਾ ਨੇ, ਮੈਂ ਇਹਨਾਂ ਨੂੰ ਕੁਝ ਨਹੀਂ ਕਹੂੰਗੀ, ਇਹ ਸਵਾਲ ਕਰ ਲਾਂਗੇ ਸਿੱਧਾ। मेरा एक कबीर सर तो सवाल है, हमेशा तो ਅਸੀਂ ਮੂਵੀਜ਼ ਦੇਖਦੇ ਆ ਰਹੇ ਹਾਂ, ਜੇ ਅਸੀਂ ਇਸ ਵਕਤ ਦੀ ਗੱਲ ਕਰੀਏ, OTT ਲੈਵਲਸ ਦੀ ਗੱਲ ਕਰੀਏ, ਆਰਟ ਫਾਰਮ ਦੀ ਗੱਲ ਕਰੀਏ, ਪਹਿਲਾਂ ਐਕਟਰ ਇੰਪੋਰਟੈਂਟ ਸੀ, ਅੱਜ ਦੀ ਡੇਟ 'ਚ ਕਰੈਕਟਰ ਇੰਪੋਰਟੈਂਟ ਹੈ। ਜਿਵੇਂ ਹੀ ਵਾਸ ਸੇਇੰਗ, ਜਿਵੇਂ ਇਹਨਾਂ ਨੇ ਹੇਅਰ ਸਟਾਈਲ ਰੱਖਿਆ ਆਪਣਾ, ਕਿ ਇੱਕ ਲੁੱਕ ਇੱਕ ਸੀਨ ਦੇ ਲਈ ਕਿਵੇਂ ਹੋਣੀ ਚਾਹੀਦੀ ਹੈ, ਇਹ ਚੀਜ਼ਾਂ 'ਤੇ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ।
ਐਕਟਰ ਦੀ ਥਾਂ ਤੇ ਕਿਹੋ ਜਿਹਾ ਕਰੈਕਟਰ ਹੋਣਾ ਚਾਹੀਦਾ ਉਸ ਚੀਜ਼ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿਉਂਕਿ ਲੋਕ ਬਹੁਤ ਸਮਝਦਾਰ ਨੇ, ਵਿਊਅਰਸ ਬਹੁਤ ਸਮਝਦਾਰ ਨੇ, ਹਰ ਚੀਜ਼ ਦੇਖਦੇ ਨੇ। ਤਾਂ ਉਸ ਤੇ ਕੀ ਕਹੋਗੇ ਕਿ ਆਖਿਰਕਾਰ ਜਿਹੜਾ ਡਰਾਸਟਿਕ ਚੇਂਜ ਆ ਰਿਹਾ ਹੈ ਬਾਲੀਵੁੱਡ 'ਚ ਜਾਂ OTT ਲੈਵਲ ਆ ਗਿਆ ਜੋ ਹੋਇਆ, ਉਸ ਤੇ ਕੀ ਕਹੋਗੇ ਕਿਉਂਕਿ ਤੁਸੀਂ ਤਾਂ ਇੰਨੇ ਐਕਸਪੀਰੀਅੰਸਡ ਹੋ? ਚੇਂਜ ਤਾਂ ਨੈਚੁਰਲ ਹੈ, ਚੇਂਜ ਹਮੇਸ਼ਾ ਹੁੰਦਾ ਰਹਿੰਦਾ ਹੈ, ਹੋਣਾ ਚਾਹੀਦਾ। ਟਾਈਮ ਪਾਸਨ ਦਾ ਮਤਲਬ ਚੇਂਜ ਹੋਏਗਾ। ਪੁਰਾਣੇ ਜ਼ਮਾਨੇ 'ਚ ਕਈ ਐਕਟਰ ਆਪਣੀ ਪਰਸਨੈਲਿਟੀ ਦੇ ਕਈ ਚੀਜ਼ਾਂ ਕਰ ਜਾਂਦੇ ਸੀ। ਹੁਣ ਕੀ ਹੋਇਆ ਕਿ ਸਟਾਰ ਨੂੰ ਵੀ ਐਕਟਰ ਹੋਣਾ ਚਾਹੀਦਾ ਹੈ ਕਿਉਂਕਿ ਸਟਾਰ ਨੂੰ ਵੀ ਕੈਰੈਕਟਰ ਕਰਨਾ ਪੈਂਦਾ ਹੈ। ਤੇ ਅੱਜ ਕੱਲ੍ਹ ਕੰਪੀਟੀਸ਼ਨ ਕਮਾਲ ਦੀ ਹੈ। ਕੈਰੈਕਟਰ ਜਿਹੜੇ ਮਤਲਬ ਐਕਟਰਾਂ ਨੂੰ ਕਰਨੇ ਪੈਂਦੇ ਨੇ ਉਹ ਬਹੁਤ ਕੰਪਲੈਕਸ ਹੋ ਗਏ ਨੇ। ਇਸ ਲਈ acting skills is as important as good looks. Acting skill is as important as screen presence, and it's a big new challenge for actors. ਜਿਵੇਂ ਅਮੀਕ ਨੂੰ ਵੇਖੋ, ਇਸ ਫਿਲਮ ਵਿੱਚ ਐਕਟਿੰਗ ਵੀ ਕੀਤੀ ਹੈ, ਕਮਾਲ ਦਾ ਐਕਸ਼ਨ ਵੀ ਕੀਤਾ, ਕਮਾਲ ਦਾ ਇਮੋਸ਼ਨ ਵੀ ਕੀਤਾ, ਕਿਉਂਕਿ ਇਸ ਫਿਲਮ ਵਿੱਚ ਇੱਕ ਐਕਸ਼ਨ ਸਟੋਰੀ ਹੈ ਲੇਕਿਨ ਕਮਾਲ ਦੀ ਇਮੋਸ਼ਨਲ ਸਟੋਰੀ ਵੀ ਹੈ। ਤੇ ਜਿਹੜਾ ਇਹਨਾਂ ਦਾ ਰਿਲੇਸ਼ਨ ਸ੍ਰਿਸ਼ਟੀ ਨਾਲ ਹੈ ਉਹਦੇ ਵੀ ਆਪਣੇ ਰੰਗ ਹੈ, ਆਪਣੇ ਪਹਿਲੂ ਨੇ। ਤੇ ਸਿਰਫ ਐਕਸ਼ਨ ਹੀਰੋ ਹੋਣ ਨਾਲ ਗੱਲ ਨਹੀਂ ਬਣਦੀ। ਇੱਕ ਇਮੋਸ਼ਨਲ ਕੰਟੈਂਟ ਜੇ ਨਹੀਂ ਹੋਵੇ ਤੇ ਨਾ ਰੋਲ ਚੱਲੇਗਾ ਨਾ ਪਿਕਚਰ ਚੱਲੇਗੀ। ਤੁਸੀਂ ਕੁਝ ਪੁੱਛ ਰਹੇ ਸੀ, ਤੁਹਾਨੂੰ ਤਾਂ ਬਹੁਤ ਸਾਲਾਂ ਦਾ ਐਕਸਪੀਰੀਅੰਸ ਹੈ। ਮੈਨੂੰ ਪਿੱਛੋਂ HR ਮੈਮ ਪੁੱਛ ਰਹੇ ਸੀਗੇ, ਦੀਪਿਕਾ ਮਹੇਸ਼ਵਰੀ ਜੀ, ਇਹ ਸਾਡੀ ਜੀ ਸੀਨੀਅਰ ਕੋਰਸਪੋਂਡੈਂਟ ਨੇ, ਇਹਨਾਂ ਕੋਲ ਵੈਸੇ ਬਹੁਤ ਸਾਰੇ ਸਵਾਲ ਹੋਣਗੇ। ਇਹ ਪੁੱਛੇ ਸੀਗੇ ਸਰ ਕਿੰਨੀ ਕੁ ਏਜ ਦੇ ਨੇ? ਮੈਂ ਕਿਹਾ ਤੁਸੀਂ ਖੁਦ ਪੁੱਛ ਲਓ। एक्चुअली कल हमने 77th इंडिपेंडेंस डे मनाया है। हर साल मैं अपना 50th बर्थडे मनाना है। नहीं 20 साल तो ये चल रहा है। 50th बर्थडे मेरा चलता जाता है। ते अंदर पुछो तो 35 साल का, मेंटली पुछो तो 5000 साल का। आप अपने आप को फिट कैसे रखते हैं इतना? थोड़ी एक्सरसाइज, थोड़ी डिसिप्लिन, थोड़ा सोचना खाना चाहिए या नहीं, मॉडरेशन मतलब थोड़ा डिसिप्लिन रखना पैंदा है। लिटिल एक्सरसाइज, लिटिल सोचो कि की खा रहे हो। प्रॉब्लम की है कि ऐसे कई चीज़ा ऑटोमेटिकली खा लेने हैं सोचे बगैर कि मैं की खा रहा ये क्यों खाना है। मैं फॉर्मूला दसा तो कार्बोहाइड्रेट्स ਨੂੰ कम खाना है लेकिन शुगर ਨੂੰ मिनिमाइज करना है। शुगर सब तो बड़ा दुश्मन है फैट का। तो शुगर मिनिमाइज करो, थोड़े कार्ब्स खाओ, बाकी वेजिटेबल मीट्स खाओ, सब कुछ ठीक होएगा। तो आज की यंग जनरेशन को आप क्या कहना चाहेंगे? फॉर फिटनेस थोड़ी एक्सरसाइज करो, शुगर मिनिमाइज करो, प्रोटीन्स खूब खाओ। You still go to gym or you exercise at home? I work out 2 to 3 times a week, about 45 minutes each day. That's nice. ਥੈਂਕ ਯੂ ਦੀਪਿਕਾ ਮਹੇਸ਼ਵਰੀ ਜੀ। ਅੱਛਾ ਦੀਪਿਕਾ ਜੀ ਨੇ ਜਦੋਂ ਮੇਰੇ ਤੋਂ ਏਜ ਪੁੱਛੀ ਨਾ, ਬੇਦੀ ਜੀ ਮੈਂ ਏਜ ਨਹੀਂ ਦੱਸੀ। ਮੈਂ ਕਿਹਾ ਜਿੰਨੇ ਆਪਾਂ ਨੂੰ ਜਿੰਨਾ ਭਾਰਤ ਨੂੰ ਆਜ਼ਾਦ ਹੋਏ ਸਾਲ ਹੋ ਗਏ ਨੇ ਲਗਭਗ ਉੱਥੇ ਹੀ ਨੇ, ਪਰ ਏਜ ਰਿਵੀਲ ਨਹੀਂ ਕੀਤੀ ਅਸੀਂ। Age is a number. Just a number. Age is a number. Age is a number. It depends on your inner energy, your inner vision, your inner drive. ਮੈਨੂੰ ਤੇ ਲਾਸਟ 25 ਇਅਰਸ ਕੋਈ ਫਰਕ ਨਹੀਂ ਪਿਆ। ਕੋਈ ਫਰਕ ਨਹੀਂ ਪਿਆ। ਰਾਈਟ, ਪਰਸਨਲੀ ਵੀ ਪ੍ਰੋਫੈਸ਼ਨਲੀ ਵੀ। ਹਾਂਜੀ ਪ੍ਰਥਮ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? हेलो जी। मैं तो हेलो सर, हेलो मैम। सर मेरा तो क्वेश्चन आप दोनों से होगा। मेरी जो डेटिंग लाइफ है बहुत ड्राई है। सो आई वांट सम टिप्स ऑन हाउ टू woo girls and all। कैसे पटाया जाए? ਕਬੀਰ ਜੀ ਤੁਸੀਂ ਡਾਇਰੈਕਟ ਕਬੀਰ ਸਰ ਤੋਂ ਪੁੱਛ ਲੈਣਾ ਸੀਗਾ। सर आपसे फिर पूछूंगा मैं tips। Talk to ladies sincerely. Tell them honestly that you're interested in them and why you're interested in them. Talk to them like a human being. Don't think कि मैं कब्जा कर रहा है, मैं अपना रोब जमाना है। Talk to them like human beings. Talk to them like you really are and be really interested. ये sincerity नाल गल करोगे बहुत जच जाओगे तुसीं। Sincerity is the key. और कुछ पूछना है? नो थैंक यू सर, थैंक यू। हेल्पफुल रहेगा ये?
हाँ हाँ सर, Sincerity ਨਾਲ ਗੱਲ treat them with respect Sincerity and ਨਾਲ ਗੱਲ ਕਰੋ, ਦਿਲ sincerity ਨਾਲ ਨਾਲ। ਗੱਲ ਕਰੋ, ਬਹੁਤ ਕੁਝ ਹੈ। Yes ਪਹਿਲਾਂ ਰਿਸਪੈਕਟ ਨਹੀਂ ਦਿੰਦੇ ਸੀ? ਨਹੀਂ ਨਹੀਂ ਸਾਡਾ respect ਇੱਕ ਲੈਬੋਰੇਟਰੀ ਕੋਰਸ ਵੀ ਹੈਗਾ ਤੇ ਮੈਂ ਉਹਦਾ ਸਟੂਡੈਂਟ ਆਲਰੇਡੀ 3 ਸਾਲ ਦਾ ਕੋਰਸ ਲੈਂਦੇ ਨੇ ਇਹ ਮੇਰੇ 6-8 ਮਹੀਨੇ ਹੋ ਗਏ ਨੇ ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ ਉਹਦੇ ਵਿੱਚ ਪ੍ਰੋਪਰ ਐਲੈਬੋਰੇਟਡ ਤਰੀਕੇ ਨਾਲ ਸਮਝਾਉਂਦੇ ਨੇ ਵੀ ਹੁਣ ਸਟੈਪ 1 ਸਟੈਪ 2 ਸਟੈਪ 4 ਸਟੈਪ 5 ਇੱਥੋਂ ਇੰਟਰਨਸ਼ਿਪ ਕਰਨ ਤੋਂ ਬਾਅਦ ਹੁਣ ਅਗਲੀ ਇੰਟਰਨਸ਼ਿਪ ਉੱਥੇ ਕਰ ਅੱਛਾ But be very careful who you want in your life because you may get her. You may get her. Be very careful. ਸੋਚੋ ਕਿਹਨੂੰ ਤੁਸੀਂ ਆਪਣੀ ਜ਼ਿੰਦਗੀ ਚਾਹੁੰਦੇ ਹੋ because ਜੇ ਮਿਲ ਜਾਏ ਫਿਰ ਤੁਹਾਡੀ ਚੋਇਸ ਕਰੈਕਟ ਹੋਣੀ ਚਾਹੀਦੀ ਹੈ ਵਰਨਾ ਫਸ ਜਾਓਗੇ। ਹਾਂ ਅੱਛਾ ਬੇਦੀ ਜੀ ਜਦੋਂ ਅਸੀਂ ਇੱਥੋਂ ਕ੍ਰਾਸ ਹੁੰਦੇ ਆ ਨਾ ਨਿਊਜ਼ ਰੂਮ ਦੇ ਵਿੱਚ ਉਦੋਂ ਅਸੀਂ ਨਾ ਆਹ ਸਭ ਨੂੰ ਪੁੱਛਦੇ ਹਾਂ ਕਿ ਪੋਲਿਟਿਕਸ ਦੇ ਵਿੱਚ ਜਾਣ ਦਾ ਕੋਈ ਤੁਹਾਡਾ ਇਰਾਦਾ ਹੈ ਜਾਂ ਨਹੀਂ ਹੈ? ਮੇਰਾ ਜਾਣ ਦਾ ਕੋਈ ਇਰਾਦਾ ਨਹੀਂ ਲੇਕਿਨ ਮੈਂ politically interested I support the right political parties in the right states and I wish I believe in India. I believe India should have the best government. It should be the best country. It should have the greatest future. And whoever makes that happen, I'm on their side. ਲੇਕਿਨ ਤੁਸੀਂ ਖੁਦ ਨਹੀਂ ਆਓਗੇ ਪੋਲਿਟਿਕਸ ਦੇ ਵਿੱਚ? ਨਹੀਂ ਮੈਂ ਖੁਦ ਨਹੀਂ ਆਵਾਂਗਾ because I would rather have the ear of the people in power than be in power. That is too much work, too much responsibility. And at my age, I think it's better I give advice rather than seek power. ਰਾਈਟ ਮੈਂ ਵੀ ਬਾਲ ਹੁਣ ਨਾ ਤੁਹਾਡੇ ਵਾਂਗੂ ਕਰਵਾ ਲੈਣੇ ਪਿੱਛੇ ਠੀਕ ਕਰੀ ਜਾਂਦੇ ਆ ਅੱਛਾ ਬੇਦੀ ਜੀ ਹੋਰ ਵੀ ਬਹੁਤ ਸਾਰੇ ਸਵਾਲ ਨੇ ਅੱਛਾ ਪਹਿਲਾਂ ਅਮਨ ਇਹ ਬਾਲ ਨਾ ਹੁਣ ਬਣਾ ਕੇ ਆਏ ਨੇ ਦੁਬਾਰਾ ਕਹਿੰਦੇ ਮੈਂ ਅਮੀਕ ਜੀ ਤੋਂ ਸਵਾਲ ਪੁੱਛਣਾ ਹੈ ਦੇਖ ਲਓ ਪਹਿਲਾਂ ਹੇਅਰ ਸਟਾਈਲ ਕੋਈ ਹੋਰ ਸੀ ਹੁਣ ਕੋਈ ਹੋਰ ਹੈ ਯਾਰ ਉਹ ਸਿਰ ਦੁਖ ਰਿਹਾ ਸੀ ਮੈਮ ਮੇਰਾ ਐਕਚੁਅਲੀ ਮੇਰਾ ਸਵਾਲ ਤੁਹਾਡੇ ਤੋਂ ਸਰ ਇੱਕ ਸਵਾਲ ਤੁਹਾਡੇ ਤੋਂ ਵੀ ਪੁੱਛਾਂਗੇ ਇੱਕ ਮੈਮ ਤੋਂ ਪੁੱਛਾਂਗੇ ਪਰ ਸਭ ਤੋਂ ਪਹਿਲਾਂ ਮੈਂ ਮੈਮ ਤੋਂ ਕੁਐਸਚਨ ਪੁੱਛਾਂਗੀ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਆਉਣ ਦਾ ਸਬਬ ਕਿਵੇਂ ਬਣਿਆ ਕਿਉਂਕਿ ਤੁਸੀਂ जूनियर फिल्म ਦੇ ਨਾਲ ਇਸ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੇ ਹੋ ये ढूंढ कर लाए मुझे और पंजाब इज़ डूइंग सो वेल मतलब यहाँ पे ऑलरेडी सिनेमा इतना अच्छा बन ही रहा है तो नज़र तो थी पंजाब पे बस ये नहीं पता था कि मौका इतनी जल्दी मिल जाएगा और आई एम वेरी ग्रेटफुल कि अमीक मुझे ढूंढ कर यहाँ ले आए और मुझे यहाँ डेब्यू करने का मौका मिल गया कैसा लगा आपको बहुत अच्छा टॉप ऑफ द वर्ल्ड सर ਤੁਸੀਂ ਮੈਂ ਫਿਲਮ ਦਾ ਟ੍ਰੇਲਰ ਦੇਖਿਆ ਤੁਸੀਂ ਐਕਸ਼ਨ ਬਾਗਮਾਲ ਐਕਸ਼ਨ ਕਰਦੇ ਨਜ਼ਰ ਆਏ ਟ੍ਰੇਲਰ ਬਹੁਤ ਵਧੀਆ ਆ ਤਾਂ ਜਿਹੜੇ ਤੁਸੀਂ ਐਕਸ਼ਨ ਕਰ ਰਹੇ ਹੋ ਸੀ ਟ੍ਰੇਨਿੰਗ ਕਿੱਥੋਂ ਲਈ ਤੁਸੀਂ ਮੈਨੂੰ ਨਾ ਜੀ ਮੈਂ ਛੋਟਾ ਜਿਹਾ ਹੁੰਦਾ ਸੀਗਾ ਮੈਨੂੰ ਲੱਗਦਾ 3rd ਕਲਾਸ ਜਦੋਂ ਮੇਰੇ ਮਦਰ ਸਾਨੂੰ ਧੱਕੇ ਨਾਲ ਮੈਨੂੰ ਤੇ ਮੇਰੇ ਬ੍ਰਦਰ ਨੂੰ ਛੋਟੇ ਨੂੰ ਤੇ ਮੇਰੇ ਇੱਕ ਕਜ਼ਨ ਹੁੰਦੇ ਸੀ ਸਾਨੂੰ ਧੱਕੇ ਨਾਲ ਨਾ ਮਾਰਸ਼ਲ ਆਰਟਸ ਦੀਆਂ ਕਰਾਟੇ ਨਹੀਂ ਸੀਗਾ ਦੈਟ ਵਾਸ ਚੋਈ ਕੋਂਡੋ ਬੇਸਿਕਲੀ ਤੇ ਉਹਦੀਆਂ ਕਲਾਸਿਸ ਲੈ ਕੇ ਜਾਂਦੇ ਹੁੰਦੇ ਸੀਗੇ ਸਾਡੀ ਸਕੂਲ ਦੀ ਛੁੱਟੀ 4 ਵਜੇ ਹੁੰਦੀ ਸੀਗੀ ਤੇ 5 ਵਜੇ ਸਾਡਾ ਉਹ ਸ਼ੁਰੂ ਹੋ ਜਾਂਦਾ ਸੀ ਅਸੀਂ ਉਦੋਂ ਤੰਗ ਆਈਦਾ ਹੋਈਦਾ ਸੀਗਾ ਵੀ ਯਾਰ ਮੰਮੀ ਕਿਉਂ ਮਤਲਬ ਹੁਣ ਤਾਂ ਖੇਡਣ ਦਾ ਟਾਈਮ ਆ ਕਿਉਂਕਿ ਉਸ ਤੋਂ ਬਾਅਦ ਖਤਮ ਫਿਰ ਹੋਮਵਰਕ ਜਿਹਾ ਵੀ ਹੁੰਦਾ ਨਾ ਮੈਂ ਕਿਹਾ ਸਾਰਾ ਦਿਨ ਕੁਝ ਕਰਨ ਨੂੰ ਨਹੀਂ ਮਿਲਦਾ ਪਿਆ ਸਕੂਲ ਮਸਾ ਖਤਮ ਹੁੰਦਾ ਉਤੋਂ ਫਿਰ ਅਸੀਂ ਆ ਗਾਰਡਨ 'ਚ ਭੱਜਣ ਲੱਗ ਪੈਂਦੇ ਆ ਤੇ ਕਿਕ ਬਾਕਸਿੰਗ ਕਰਨ ਲੱਗ ਪੈਂਦੇ ਆ ਬਟ ਤੁਹਾਡੇ ਪੇਰੈਂਟਸ ਤੋਂ ਜ਼ਿਆਦਾ ਤੁਹਾਡਾ ਵੈਲ ਵਿਸ਼ਰ ਕੋਈ ਵੀ ਨਹੀਂ ਹੁੰਦਾ ਹੈ ਨਾ ਹੁਣ ਮੈਨੂੰ ਤਾਂ ਕਦੀ ਵੀ ਨਹੀਂ ਸੀ ਪਤਾ ਉਹਨਾਂ ਨੂੰ ਖੈਰ ਨਹੀਂ ਸੀ ਪਤਾ ਵੀ ਇਹ ਚੀਜ਼ ਕੱਲ੍ਹ ਨੂੰ ਫਿਲਮਾਂ 'ਚ ਵੀ ਕਿਤੇ ਯੂਜ਼ ਹੋ ਜਾਏਗੀ ਬਟ ਮੈਂ ਇੰਨਾ ਗ੍ਰੇਟਫੁਲ ਹਾਂ ਕਿ ਉਹ ਟਾਈਮ ਮੈਨੂੰ ਉਦੋਂ ਔਖਾ ਲੱਗਦਾ ਹੁੰਦਾ ਸੀਗਾ ਪਰ ਉਹ ਉਹਨਾਂ ਦੇ ਅੱਖੇ ਲੱਗ ਕੇ ਜੇ ਮੈਂ ਕੱਟ ਲਿਆ ਤੇ ਅੱਜ ਤੁਹਾਡੇ ਵੱਲੋਂ ਆਡੀਅנס ਵੱਲੋਂ ਉਸ ਚੀਜ਼ ਨੂੰ ਇੱਕ ਐਪਰੀਸੀਏਸ਼ਨ ਮਿਲਦੀ ਹੈ ਬਿਲਕੁਲ ਪੇਰੈਂਟਸ ਨੂੰ ਤਾਂ ਪਹਿਲਾਂ ਥੈਂਕ ਯੂ ਬੋਲਿਆ ਹੈਗਾ ਤੁਸੀਂ ਹਾਂ ਮੈਂ ਤਾਂ ਰੋਜ਼ ਕਹਿਣਾ ਜੀ ਨਾ ਕਮਾ ਘਾਟਾ ਜੀ ਕਿਉਂਕਿ ਮੋੜ ਫਿਲਮ 'ਚ ਅਸੀਂ ਤੁਹਾਨੂੰ ਦੇਖਿਆ ਉਸ ਦਾ ਵੱਖਰਾ ਕਿਰਦਾਰ ਸੀਗਾ ਇੱਕ ਪੁਲਿਸ ਵਾਲੇ ਦੇ ਕਿਰਦਾਰ 'ਚ ਤੁਸੀਂ ਨਜ਼ਰ ਆਏ ਥੇ ਤੁਸੀਂ ਐਕਸ਼ਨ ਕਰਦੇ ਨਜ਼ਰ ਆ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਦੇਖ ਕੇ ਥੈਂਕ ਯੂ ਸੋ ਮਚ ਮੈਮ ਥੈਂਕ ਯੂ ਸਰ ਇੱਕ ਸਵਾਲ ਤੁਹਾਡੇ ਤੋਂ ਵੀ ਆ ਤੁਸੀਂ ਮਤਲਬ ਅਲੱਗ-ਅਲੱਗ ਇੰਡਸਟਰੀ ਦੇ ਵਿੱਚ ਕੰਮ ਕੀਤਾ ਤਾਮਿਲ ਬਾਲੀਵੁੱਡ ਹਾਲੀਵੁੱਡ ਹੁਣ ਬਾਲੀਵੁੱਡ ਲੈਂਗੁਏਜ ਬੈਰੀਅਰ ਕਿੰਨਾ ਕੁ ਆਇਆ ਤੁਹਾਨੂੰ ਕਿਉਂਕਿ ਕਹਿੰਦੇ ਨਾ ਵੀ ਬਾਹਰਲੇ ਮੁਲਕ ਤੋਂ ਜਦੋਂ ਕੋਈ ਪਰਸਨ ਆਂਦਾ ਹੈ ਤਾਂ ਉਸਦੀ ਐਕਸੈਂਟ ਬਿਲਕੁਲ ਚੇਂਜ ਹੋ ਜਾਂਦਾ ਹੈ ਤੁਹਾਡਾ ਨਹੀਂ ਹੋਇਆ ਤੁਸੀਂ ਪੰਜਾਬੀ ਬੋਲਦੇ ਹੋ ਪੰਜਾਬੀ ਦੀ ਤਰ੍ਹਾਂ ਬੋਲਦੇ ਹੋ ਇੰਗਲਿਸ਼ ਬੋਲਦੇ ਹੋ ਇੰਗਲਿਸ਼ ਦੀ ਤਰ੍ਹਾਂ ਬੋਲਦੇ ਹੋ ਪੰਜਾਬੀ ਹਿੰਦੀ ਉਰਦੂ 'ਚ ਮੈਨੂੰ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਹੈ ਬਾਕੀ ਭਾਸ਼ਾ ਜਿਹੜੀ ਮੈਂ ਨੈਚੁਰਲੀ ਨਹੀਂ ਬੋਲਦਾ ਕਿਉਂਕਿ ਲੈਂਗੁਏਜ ਸਿਰਫ ਇਹ ਨਹੀਂ ਹੈ ਕਿ ਤੁਸੀਂ ਹਰ ਲਫ਼ਜ਼ ਨੂੰ ਕਰੈਕਟਲੀ ਪ੍ਰੋਨਾਉਂਸ ਕਰਨਾ ਹਰੇਕ ਲੈਂਗੁਏਜ ਵਿੱਚ ਟੋਨ ਬਹੁਤ ਇੰਪੋਰਟੈਂਟ ਹੁੰਦਾ ਹੈ ਲਾਈਕ ਇਨ ਇੰਗਲਿਸ਼ ਆਈ ਕੈਨ ਸੇ ਆਈ ਵਿਲ ਗੋ ਹੀਅਰ I will go here. I will go here. I will go here. I'll go here. Your emphasis changes. Your tone changes, not the emphasis. The meaning changes. ਉਹ ਜਿਹੜੀ ਟੋਨੈਲਿਟੀ ਫੜਨੀ ਇੱਕ ਲੈਂਗੁਏਜ ਜਿਹੜੀ ਤੁਸੀਂ ਨਾਰਮਲੀ ਚੰਗੀ ਤਰ੍ਹਾਂ ਨਹੀਂ ਬੋਲਦੇ
वो सब तो मुश्किल चीज़ हैगी है, ਉਹਨੂੰ ਸਿੱਖਣਾ ਪੈਂਦਾ ਹੈ। ਅੱਛਾ ਅਮਨ ਨੇ ਵੀ ਬੜਾ ਸਿੱਖਿਆ ਹੈ, ਐਸੀ ਗੱਲ ਨਹੀਂ ਹੈ, ਇਹ ਵੀ ਐਂ ਬੋਲਦੇ ਨੇ ਡੈਬਿਊ ਕਰ ਰਹੇ ਹੈ। ਅੱਛਾ ਗੌਤਮ ਠਾकुर ਸਾਡੇ ਸੀਨੀਅਰ ਐਂਕਰ ਨੇ, ਉਹ ਵੀ ਤੁਹਾਡੇ ਕੋਲ ਸਵਾਲ ਕਰਨਾ ਚਾਹੁੰਦੇ ਕਬੀਰ जी। हाँ जी सत श्रीकाल सर। हाय सर। हाय मैम। सर आपके लुक्स की, आपकी पर्सनालिटी, आपकी एक्टिंग, हर चीज़ की बात हो गई और बहुत कुछ सीखने के लिए मिला। एक चीज़ माशाल्लाह जब मैंने आपकी ओरिजिनल आवाज़ सुनी जी, पहले से मैं आपका फ़ैन था लेकिन आपकी आवाज़ सुनने के बाद मैं डबल फ़ैन हो गया आपका। थैंक यू। सो आप एक डबिंग आर्टिस्ट के तौर पर भी आपने बहुत काम किया है। सो एक डबिंग आर्टिस्ट के तौर पर किस तरीके की आपकी जर्नी रही, क्योंकि अभी वॉइस इंडस्ट्री में एक बूम है, जो यंगस्टर एक करियर के तौर पर वॉइस इंडस्ट्री को देख रहे हैं उनको आप क्या मैसेज देना चाहोगे, क्योंकि बहुत से ऐसे पेरेंट्स हैं जो एक्टिंग को शायद आज एक करियर के तौर पर देख रहे हैं लेकिन वॉइस एक्टिंग एक नया बूम है, क्या यंगस्टर्स को पूरा फोकस वॉइस एक्टिंग पे रखकर इसको एक फ्यूचर के तौर पर देखना चाहिए? बिल्कुल देख सकते हैं और देखना चाहिए भी, क्योंकि आजकल सिर्फ वॉइस एक्टिंग सिर्फ डबिंग की बात नहीं है, उसमें कमर्शियल्स भी हैं, डॉक्यूमेंट्रीज भी हैं, इंटरनेशनल फिल्म्स की डबिंग भी है, कई ऐसे प्रोग्राम बनते हैं जहां वॉइस की बहुत ज़रूरत पड़ती है और वॉइस एक्टर्स को अपनी वॉइस की पूजा करनी चाहिए, रियाज करना चाहिए, डेवलप करना चाहिए, क्योंकि हम कई सेंटर से बोलते हैं, यहाँ से बोलते हैं, यहाँ से बोलते हैं, यहाँ से बोलते हैं, यहाँ से बोलते हैं, हर एक सेंटर की अपनी गूंज होती है। इसको रिहर्स करके ज़िंदा रखना बहुत ज़रूरी है, क्योंकि आपको कुछ पता नहीं कब ज़रूरत हो, किस टोन की ज़रूरत आपको, किस टोन की यूज़ आपको करनी पड़े, क्योंकि हर एक चीज़ की अपनी डिमांड होती है। कोई चीज़ें ख़ास बेस मांगती हैं, कोई चीज़ें बहुत सिंसियरिटी मांगती हैं, कोई चीज़ें आश्चर्यजनक हो जाती हैं, तो इसमें टोनैलिटी की वेरिएशन होती है जिसमें एक्टिंग भी आती है लेकिन वॉइस की काबिलियत भी होनी चाहिए और उसके लिए रियाज करना बहुत ज़रूरी है। अगर प्रोफेशन बनाना चाहें वॉइस को तो रियाज कीजिए वॉइस का और साथ साथ सोचिए कि आपकी जो कला है वो करेक्ट जगह कैसे पहुंचे। डबिंग आर्टिस्ट के क्या मार्केट है, डबिंग स्टूडियोज में कैसे पहुंचना, कमर्शियल्स कैसे करना, डॉक्यूमेंट्रीज कौन बना रहे हैं, अपनी वॉइस की पहचान वहाँ तक पहुँचाना बहुत ज़रूरी है। ਬਿਲਕੁਲ। ਔਰ ਮੋਡਿਊਲੇਸ਼ਨ ਦੇਖਿਆ ਤੁਸੀਂ, ਜਦੋਂ ਕੁਝ ਦੱਸ ਰਹੇ ਸੀਗੇ ਤਾਂ ਨਾਲ ਦੀ ਨਾਲ ਵੌਇਸ मॉड्यूलेशन भी हो रहा है। एक आप आज भी रियाज करते हैं, आज के टाइम भी क्या आप कंटिन्यूसली रियाज करते हैं? कंटिन्यूसली मतलब रिकॉर्डिंग से पहले 2-3 दिन पहले मैं शुरू कर देता हूँ। कोई एक छोटी सी टिप्स या कोई एक रियाज जो आप अपने लाइफ में जब भी आपको मौका मिलता है आप वो प्रैक्टिस करते हैं, सो यंगस्टर्स के लिए अगर आप वो चीज़ बता सके, कोई भी एक एक्सरसाइज। एयर पैसेजेस को साफ करना पड़ता है तो उसमें बेसिक वाव जो आ ओ ई ई, आ ओ ई ओ ई, आ ओ ई ओ, एंड डू इट वेरी स्लो। जस्ट मतलब अपने वोकल कॉर्ड्स को जागृत कर दीजिए, किसी तौर से वो आप फैसला कीजिए, लेकिन वोकल कॉर्ड्स को जागृत रखिए, उनकी जो मसल्स हैं उनको थोड़ी प्रैक्टिस देती रहिए। थैंक यू सो मच। थैंक यू, गॉड ब्लेस यू। कबीर जी बस एक दो सवाल होर मैंने देखा, मैंने सृष्टि कह रही थी बस खत्म कर दो, हुन अगे भी जाना है। यू वांट टू हैव समथिंग? पक्का? ठीक है। अच्छा एक दो सवाल होर ने, जसमीत जी साडे सीनियर एंकर ने। हाँ जी जसमीत जी। ਕਬੀਰ ਜੀ ਤੁਹਾਡੀ ਆਵਾਜ਼ ਬਹੁਤ ਅੱਛੀ ਹੈ, ਤੁਹਾਡੀਆਂ ਬਹੁਤ ਸਾਰੀਆਂ ਮੂਵੀਜ਼ ਅਸੀਂ ਦੇਖੀਆਂ। ਅਸੀਂ ਜਦੋਂ ਵੀ ਕਦੇ ਮੈਂ ਤੁਹਾਡੀ ਮੂਵੀ ਦੇਖੀ ਤੇ ਮੇਰੇ ਦਿਮਾਗ 'ਚ ਆਉਂਦਾ ਕਿ ਬੰਦਾ ਵੌਇਸ ਆਰਟਿਸਟ ਬਹੁਤ ਵਧੀਆ ਹੈ। ਔਰ ਤੁਹਾਡੀਆਂ ਇੱਕ ਮੂਵੀ ਤੁਹਾਡੀ ਖੂਨ ਭਰੀ ਮਾਂਗ, ਉਹ ਉਸ ਦਾ ਕਿਰਦਾਰ ਹਾਲੇ ਵੀ ਮੈਨੂੰ ਯਾਦ ਹੈ। ਤੁਸੀਂ ਨੈਗੇਟਿਵ ਕਿਰਦਾਰ ਉਹਦੇ ਵਿੱਚ ਕੀਤਾ ਸੀ ਕਿ ਕਦੇ ਤੁਹਾਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ ਕਿ ਲੋਕਾਂ ਨੇ ਜੋ ਦੇਖਿਆ ਤੁਹਾਨੂੰ ਉਹੀ ਸਮਝਣ ਲੱਗ ਗਏ ਹੁਣ ਕਿ ਇਹ ਬੰਦਾ ਬੜਾ ਨੈਗੇਟਿਵ ਹੈ, ਇਹ ਬਹੁਤ ਖੜੂਸ ਹੈ, ਬੰਦਿਆਂ ਨੂੰ ਮਾਰਦਾ ਹੈ? नहीं बिल्कुल, पूरी जनरेशन कुड़ियां दी पूरी जनरेशन डर गई सी कि ये तो दुनिया का सब तो डेंजरस बंदा है। हाँ, अपनी वोटी नू धकेल के मगरमच्छ नू खिला देता है। सो बाद में उन्हें देखा कि मैं कई और पिक्चर कर रहे हैं, मैं एक्टर, हौले हौले गल समझ आई, पर उस वेले लगे कि ये तो खतरनाक बंदा है ही नहीं। पर एक्टर यही चाहते हैं,
ਇੱਕ ਦੋ ਸੀਨ ਜਿਹੜੇ ਦਰਸ਼ਕਾਂ ਦੇ ਦਿਮਾਗ ਵਿੱਚ ਰਹਿ ਜਾਣ, ਇੰਪੈਕਟ ਛੱਡ ਜਾਏ, ਐਕਟਰ ਹੋਰ ਕੀ ਚਾਹੁੰਦਾ ਹੈ। ਸੋ ਐਕਚੁਅਲੀ ਅਗਰ ਸੋਚਿਆ ਜਾਏ, ਲੌਂਗ ਟਰਮ ਸੋਚਿਆ ਜਾਏ ਤੇ ਇਹੋ ਜਿਹੇ ਸੀਨਸ ਦਾ ਬੈਨੀਫਿਟ ਬਹੁਤ ਹੁੰਦਾ ਹੈ। ਯੂ ਰਿਮੇਨ ਇਨ ਦ ਮਾਈਂਡਸ ਐਂਡ ਹਾਰਟਸ ਆਫ ਪੀਪਲ। ਇੱਕ ਸਵਾਲ ਮੇਰਾ ਹੋ ਰਿਹਾ, ਜਿਸ ਤਰ੍ਹਾਂ ਬਹੁਤ ਸਾਰੇ ਜੋ ਆਰਟਿਸਟ ਨੇ ਬਿਗ ਬੌਸ ਦੇ ਵਿੱਚ ਜਾਂਦੇ ਨੇ, ਗਲੈਮਰਸ ਵਰਲਡ ਉਸ ਨੂੰ ਕਹਿ ਦਿੰਦੇ ਆ ਕਿ ਇੱਕ ਬੰਦ ਕਮਰਾ, ਉੱਥੇ ਬਹੁਤ ਸਾਰੇ ਲੋਕ ਹੁੰਦੇ ਨੇ। ਤੁਹਾਨੂੰ ਜੇ ਉੱਥੇ ਜਾਣ ਦਾ ਮੌਕਾ ਮਿਲਦਾ ਕਿ ਕਬੀਰ ਬੇਦੀ ਉੱਥੇ ਜਾਣਗੇ? ਦੇਖੋ ਇੱਥੇ ਦੀ ਗੱਲ ਮੈਂ ਕਰ ਨਹੀਂ ਸਕਦਾ, ਲੇਕਿਨ ਬਿਗ ਬੌਸ ਦਾ ਜਿਹੜਾ ਇਟਾਲੀਅਨ ਸ਼ੋ ਹੈ ਉਹ ਮੈਂ ਕੀਤਾ ਹੈ। 6 ਮਹੀਨੇ ਦਾ ਸ਼ੋ ਸੀ, ਉਹਦੇ ਵਿੱਚ ਮੈਂ ਲਾਸਟ 3 ਮਹੀਨੇ 'ਚ ਐਂਟਰ ਹੋਇਆ ਐਂਡ ਆਈ ਵਾਸ देयर टिल 1 ਵੀਕ ਬਿਫੋਰ ਦੀ ਫਿਨਾਲੇ। ਤਾਂ ਉਹ ਐਕਸਪੀਰੀਅੰਸ ਜਿਹੜਾ ਹੈ ਬਿਗ ਬੌਸ ਦਾ ਮੈਨੂੰ ਪੂਰੀ ਤਰ੍ਹਾਂ ਮਿਲਿਆ, ਲੇਕਿਨ ਇਟਲੀ 'ਚ ਮਿਲਿਆ। ਹੁਣ ਤੇ ਅਮੀਕ ਤੇ ਸਾਕਸ਼ੀ ਦਾ ਓਪਰਚੁਨਿਟੀ ਵੇਲਾ ਆਇਆ ਕਿ ਉਹ ਬਿਗ ਬੌਸ 'ਚ ਜਾਣ। ਤੁਹਾਨੂੰ ਮੌਕਾ ਮਿਲੇਗਾ ਤੁਸੀਂ ਜਾਓਗੇ? ਪਤਾ ਨਹੀਂ ਹਜੇ ਫਿਲਹਾਲ। ਜਾਓ 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 ਜਾਓ, ਬੜਾ ਮਜ਼ਾ ਆਏਗਾ। ਅੱਛਾ ਫਟਾਫਟ ਰੈਪਿਡ ਫਾਇਰ ਵਾਲਾ ਕਰੋ। ਖੁਸ਼ੀ? ਹਾਂਜੀ ਮੇਰਾ ਕੁਐਸਚਨ ਸ੍ਰਿਸ਼ਟੀ ਮੈਮ ਤੋਂ ਹੈ। ਮੈਮ ਦਾ ਪੇਟ ਬਹੁਤ ਦਰਦ ਕਰ ਰਿਹਾ, ਤੁਸੀਂ ਛੋਲੇ ਕੁਲਚੇ ਖਵਾਤੇ, ਉਹਨਾਂ ਨੂੰ ਵਧੀਆ ਖਵਾਣਾ ਸੀ ਕੁਝ। ਹਾਂਜੀ ਮੈਮ, ਤੁਹਾਡਾ ਟੀਵੀ ਤੋਂ ਸਿਨੇਮਾ ਤੱਕ ਦਾ ਸਫ਼ਰ ਕਿੱਦਾਂ ਦਾ ਰਿਹਾ, ਇਹਦੇ ਬਾਰੇ कुछ ਦੱਸਣਾ ਚਾਹੁੰਦੇ हैं? स्टार्ट छोटे पर्दे पे जब अब करते हैं तो इच्छा यही होती है कि एक दिन बड़े पर्दे पे भी मौका मिले। बस यही कि टीवी का सफ़र बहुत 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 अच्छा रहा है। मैं जो कुछ भी आज हूँ टीवी की वजह से हूँ, जितना भी सीख पाई हूँ या थोड़ा बहुत भी जो एक्ट करना आता है वो टीवी की वजह से आता है। और बस वही सारा एक्सपीरियंस लेकर अब सिनेमा में आ रही हूँ यहाँ पे। बस आई होप सबको मेरा काम पसंद आए। ਸਰ ਜਿਹੜਾ ਨਵਾਂ ਗਾਣਾ ਆਇਆ ਨਸੀਬਾ, ਉਹਦੇ ਪਿੱਛੇ ਦੀ ਇੱਕ ਸਟੋਰੀ ਪਤਾ ਲੱਗਿਆ ਕਿ ਸ੍ਰਿਸ਼ਟੀ ਮੈਮ ਉਸ ਟਾਈਮ ਬਿਮਾਰ ਤੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹਨਾਂ ਨੂੰ ਨਾ ਉਦੋਂ ਮੌਕੇ ਤੇ ਹੀ ਇੱਕਦਮ ਹੀ ਬੁਖਾਰ ਚੜ ਗਿਆ ਸੀਗਾ ਜੀ, 102 ਦੇ ਕਰੀਬ। ਤੇ ਉੱਤੋਂ ਅਸੀਂ ਮੀਂਹ ਲਿਖਿਆ ਵੀ ਹੋਇਆ ਸੀਗਾ, ਦਿਨ ਵੀ ਗਰਮ ਦਿਨ ਨਹੀਂ ਸੀ, ਠੰਡਾ ਦਿਨ ਸੀਗਾ। ਤੇ ਅਸੀਂ ਮੈਨੂਅਲੀ ਵੀ ਜਿਹੜਾ ਵਾਟਰ ਟੈਂਕਰਸ ਨਾਲ ਵੀ ਮੀਂਹ ਪਾਇਆ ਹੋਇਆ ਸੀਗਾ, ਇਨ ਕੇਸ ਜੇ ਮੀਂਹ ਬਦਲਣ ਨਾਲੋਂ ਰੁਕ ਜੇ ਤੇ ਕੰਟੀਨਿਊਟੀ ਦਾ ਜਰਕ ਜਾਂ ਉਵੇਂ ਦਾ ਨਾ ਕੋਈ ਪ੍ਰੋਬਲਮ ਆਵੇ, ਤੇ ਅਸੀਂ ਆਪਣੇ ਵੱਲੋਂ ਵੀ ਮੀਂਹ ਪਾਇਆ ਸੀ ਉਸ ਦਿਨ। ਤੇ ਇੱਕ ਬੁਖਾਰ ਸੀਗਾ ਜਿਹੜਾ ਕਿ ਡੋਲੋ ਨਾਲ ਵੀ ਟੁੱਟ ਨਹੀਂ ਸੀ ਰਿਹਾ, ਉੱਤੋਂ ਕਰਨਾ ਵੀ ਬਰਸਾਤ 'ਚ ਸੀਗਾ। ਤੇ ਪ੍ਰੋਬਲਮ ਉਹ ਇਹਨਾਂ ਨੇ ਆਪਣੇ ਮੱਥੇ ਸ਼ਿਕਨ ਨਹੀਂ ਲਿਆਂਦੀ, ਪਰ ਸਾਨੂੰ ਥੋੜ੍ਹਾ ਜਿਹਾ ਐਂ ਹੋ ਗਿਆ ਸੀਗਾ ਯਾਰ ਵੀ ਵਿਚਾਰੇ ਤੰਗ ਹੋ ਰਹੇ ਨੇ, ਔਖੇ ਹੋ ਰਹੇ ਨੇ। ਬਟ ਇਹਨਾਂ ਨੇ ਆਪ ਹੀ ਮੈਨੂੰ ਕਿਤੇ 4 ਦਿਨ ਪਹਿਲਾਂ ਗੱਲ ਦੱਸੀ ਸੀ, ਕਹਿੰਦੇ ਜਿਹੜਾ ਹੁਣ ਆ ਗਾਣਾ ਆਇਆ ਤੇ ਜਿਹੜੇ ਮੇਰਾ ਚਿਹਰਾ ਬੇਜਾਨ ਜਿਹੜਾ ਚਿਹਰਾ ਨਜ਼ਰ ਆ ਰਿਹਾ ਨਾ, ਉਹਦੇ 'ਚ ਕਿਤੇ ਨਾ ਕਿਤੇ ਮੈਂ ਬੁਖਾਰ ਦਾ ਵੀ ਸ਼ੁਕਰ ਕਰਦੀ ਹਾਂ ਬਈ ਵੱਧ ਤੋਂ ਵੱਧ ਮੈਂ ਐਕਟਿੰਗ ਤੇ ਕਰਦੀ ਨਹੀਂ ਸੀਗੀ, ਬਟ ਇੱਕ ਨੈਚੁਰਲੀ ਵੀ ਮੇਰੇ ਵਿੱਚੋਂ ਜਾਨ ਨਿਕਲੀ ਪਈ ਸੀਗੀ, ਉਹ ਚੀਜ਼ ਸ਼ਾਇਦ ਬੁਖਾਰ ਕਰਕੇ ਹੋਈ ਆ। ਸੋ ਕਬੀਰ ਸਰ, ਤੁਹਾਨੂੰ ਮਤਲਬ ਕਿ ਲੱਗਦਾ ਕਿ ਇਹ ਅਜੇ ਵੀ ਬਦਲਾਅ ਜਾਂ ਚੇਂਜ ਹੈਗਾ ਕਿ ਹਾਂ ਇਹ ਛੋਟਾ ਪਰਦਾ ਹੈ, ਵੱਡਾ ਪਰਦਾ ਹੈ, ਇਹ ਸਿਨੇਮਾ, ਇਹ OTT, ਤੁਸੀਂ ਕਿਵੇਂ ਹੁਣ ਇਹਨਾਂ ਚੀਜ਼ਾਂ ਨੂੰ ਦੇਖਦੇ ਹੋ? ਕਿਉਂਕਿ ਹੁਣ ਕਈ ਹੁੰਦਾ ਕਿ ਐਕਟਰ ਆ, ਚਾਹੇ ਕਿਤੇ ਵੀ ਕੰਮ ਕਰੇ। ਅਲਟੀਮੇਟਲੀ ਸਾਰੇ ਐਕਟਿੰਗ ਪਲੇਟਫਾਰਮਸ ਨੇ, ਲੇਕਿਨ ਇੱਕ ਫਰਕ ਹੈਗਾ। ਟੀਵੀ ਗਿਵਸ ਯੂ ਇਨਸਟੈਂਟ ਪਪੂਲੈਰਿਟੀ, ਟੀਵੀ ਗਿਵਸ ਯੂ ਇਨਸਟੈਂਟ ਪਪੂਲੈਰਿਟੀ, cinema makes you immortal because it is there forever. And streaming platforms give you fantastic opportunity to show your skill in various ways that are there in every format. So streaming services give you variety and the opportunity to show your variety. हर एक चीज़ की अपनी एडवांटेज है, हर एक चीज़ की अपनी डिसएडवांटेज है। एक्टर का काम है एक्टिंग करो, मीडियम ਤੁਹਾਨੂੰ ਲੱਭ ਲਾਏਗਾ ਜਾਂ ਤੁਸੀਂ ਲੱਭ ਲਓ। ਇੰਪੋਰਟੈਂਟ ਚੀਜ਼ ਹੈ ਤੁਸੀਂ ਆਪਣੀ ਕਲਾ ਨੂੰ ਚੰਗੀ ਤਰ੍ਹਾਂ ਐਕਸਪ੍ਰੈਸ ਕਰੋ, ਐਂਡ ਦੈਟ ਇਜ਼ ਦ ਜੌਬ ਆਫ ਐਨ ਐਕਟਰ। ਮੀਡੀਅਮਸ ਆਉਂਦੇ ਜਾਂਦੇ ਰਹਿੰਦੇ ਨੇ, ਮੀਡੀਅਮ ਵੱਧਦੇ ਰਹਿੰਦੇ ਨੇ, ਘਟਦੇ ਰਹਿੰਦੇ ਨੇ, ਐਕਟਿੰਗ ਚੱਲਦੀ ਰਹਿੰਦੀ ਹੈ। ਖੁਸ਼ੀ ਕੀ ਪਸੰਦ? ਬਿਲਕੁਲ, ਮੈਂ ਕਹਿ ਰਹੀ ਕਿ ਹਰ ਇੱਕ ਜਿਹੜਾ ਬੰਦਾ ਇੰਨਾ ਕਿ ਜ਼ਿਆਦਾ ਐਕਸਾਈਟਡ ਆ ਕਿ ਮੈਂ ਤੁਹਾਨੂੰ ਪਹਿਲਾਂ ਵੀ ਸਾਰੀ ਚੀਜ਼ ਦੱਸੀ ਕਿ ਹਰ ਕੋਈ ਇੰਤਜ਼ਾਰ 'ਚ ਬੈਠਾ ਸੀ। ਹਰ ਇੱਕ ਦੇ ਕੋਲ ਅੱਜ ਸਵਾਲਾਂ ਦਾ ਭੰਡਾਰ ਆ। ਕੋਸ਼ਿਸ਼ ਕਰ ਰਿਹਾ ਕਿ ਹਰ ਇੱਕ ਦੇ ਕੋਲੋਂ ਸਵਾਲ ਲੈ ਸਕੇ। ਸੋ ਮੈਂ ਮਨਪ੍ਰੀਤ ਨੂੰ ਦੇਖ ਰਹੀ ਸੀ ਕਾਫੀ ਪਿੱਛੇ, ਮੈਂ ਕਿ ਦੇਖ ਰਹੀ ਨੇ ਬਾਰ-ਬਾਰ ਕਿ ਹਾਂ ਮੈਨੂੰ ਵੀ ਮੌਕਾ ਜ਼ਰੂਰ ਮਿਲੇ। ਕੁਝ ਨਾ ਕੁਝ ਹੈ ਦਿਮਾਗ 'ਚ ਚੱਲ ਰਿਹਾ ਕਿ ਫਟਾਫਟ। ਦੇਖੋ ਗੱਲਾਂ ਬਹੁਤ ਹੁੰਦੀਆਂ ਨੇ ਬੇਦੀ ਸਾਹਿਬ, ਮੌਕਾ ਕਦੀ ਕਦੀ ਮਿਲਦਾ ਹੈ। ਸੋ ਅੱਜ ਮੌਕਾ ਮਿਲਿਆ ਤੁਹਾਡੇ ਨਾਲ ਗੱਲਾਂ ਕਰਨ ਦਾ। ਦੇਖੋ ਤੁਸੀਂ ਹਰ ਲੈਂਗੁਏਜਸ 'ਚ ਕੰਮ ਕੀਤਾ ਹੈ, ਬਾਲੀਵੁੱਡ ਵੀ, ਹਾਲੀਵੁੱਡ, ਬਹੁਤ ਸਾਰੀਆਂ ਹੈ ਨਾ। ਮਜ਼ਾ ਸਭ ਤੋਂ ਜ਼ਿਆਦਾ ਕਿਤੇ 'ਚ ਆਇਆ? ਪੰਜਾਬੀ ਵਧੀਆ? ਪੰਜਾਬੀ 'ਚ ਤਾਂ ਮਜ਼ਾ ਤਾਂ ਆਏਗਾ ਹੀ ਆਏਗਾ, ਕਿਉਂ ਆਪਣੀ ਭਾਸ਼ਾ, ਆਪਣੇ ਬੰਦੇ ਨੇ, ਆਪਣੀ ਜਗ੍ਹਾ ਹੈ, ਦਿਲ ਹਮੇਸ਼ਾ ਪੰਜਾਬੀ ਰਹਿੰਦਾ ਹੈ। ਲੇਕਿਨ ਚੈਲੰਜ ਜਿਹੜਾ ਹੈ ਉਹ ਇਟਾਲੀਅਨ 'ਚ ਕੰਮ ਕਰਨਾ, ਜਿਹੜੀ ਕਿ ਮੇਰੀ ਭਾਸ਼ਾ ਨਹੀਂ ਹੈ, तेलुगु च कम करना, कन्नड़ा च कम करना, दोज आर द रियल चैलेंजेस। लेकिन इमोशनली हिंदी, उर्दू, पंजाबी
give me the greatest satisfaction. ਫਿਰ ਇੱਕ ਪੰਜਾਬੀ ਚ ਕੁਝ ਸੁਣਾ ਦਿਓ, ਕੁਝ ਡਾਇਲੌਗ। ਪੰਜਾਬੀ ਦੀ ਗੱਲ ਕਰ ਰਹੇ ਹਾਂ, ਹੋਰ ਕੀ ਸੁਣਨਾ? ਨਹੀਂ, ਫਿਲਮ ਦੇ ਨਾਲ ਰਿਲੇਟਡ ਹੋਵੇ। ਅੱਛਾ, ਡਾਇਲੌਗ ਬਾਜ਼ੀ ਨਹੀਂ ਕਰਦਾ। ਅੱਛਾ ਚਲੋ ਠੀਕ ਹੈ। ਬੇਦੀ ਸਾਹਿਬ ਖਲਨਾਇਕ ਦਾ ਕਿਰਦਾਰ ਵੀ ਨਿਭਾਇਆ ਤੇ ਬਾਹਰ ਜਾ ਕੇ ਤੁਸੀਂ ਇੱਕ ਹੀਰੋ ਵੀ ਰਹੇ ਹੋ ਜੀ, ਤੇ ਵਧੀਆ ਕਿਰਦਾਰ ਤੁਹਾਨੂੰ ਸਭ ਤੋਂ ਵਧੀਆ ਕਿਹੜਾ ਲੱਗਿਆ? ਦੇਖੋ ਜੀ, ਕਿਰਦਾਰ ਉਹ ਇੰਪੋਰਟੈਂਟ ਰਹਿੰਦਾ ਹੈ ਜਿਹਨੇ ਸਭ ਤੋਂ ਇੰਪੋਰਟੈਂਟ ਜ਼ਿੰਦਗੀ ਦੇ ਟਰਨਿੰਗ ਪੁਆਇੰਟਸ ਐਕਟਰ ਨੂੰ ਦਿੱਤੇ ਨੇ। ਤੇ ਜਿਵੇਂ ਮੇਰੀ ਪਹਿਲੀ ਹਿੱਟ ਫਿਲਮ ਕੱਚੇ ਧਾਗੇ ਵਿਨੋਦ ਖੰਨਾ ਨਾਲ, ਉਹਨੇ ਮੇਰਾ ਕਰੀਅਰ ਸਟੈਬਲਿਸ਼ ਕੀਤਾ। ਉਹ ਵੈਰੀ ਕਲੋਜ਼ ਟੂ ਮਾਈ ਹਾਰਟ। ਸੈਂਡੋਕਾਨ ਜੀ ਨੇ ਮੈਨੂੰ ਯੂਰਪ ਜਾ ਕੇ, ਪੰਜਾਬੀ ਮੁੰਡੇ ਨੂੰ ਜਾ ਕੇ ਯੂਰਪ ਸਟਾਰ ਬਣਾਤਾ। ਦੈਟ ਰਿਮੇਨਸ ਕਲੋਜ਼ ਟੂ ਮਾਈ ਹਾਰਟ। ਜੇਮਸ ਬੌਂਡ ਫਿਲਮ ਜਿਹਨੇ ਮੈਨੂੰ ਵਰਲਡ ਵਾਈਡ ਪਪੂਲੈਰਿਟੀ ਦਿੱਤੀ, ਦੈਟ ਰਿਮੇਨਸ ਕਲੋਜ਼ ਟੂ ਮਾਈ ਹਾਰਟ। ਖੂਨ ਭਰੀ ਮਾਂਗ ਵਿਦ ਰੇਖਾ, ਸਭ ਨੂੰ ਯਾਦ ਹੈਗਾ, ਸਭ ਨੂੰ ਯਾਦ ਹੈ ਨਾ। ਇਹੋ ਜਿਹੀ ਫਿਲਮਾਂ ਹਮੇਸ਼ਾ ਐਕਟਰ ਦੇ ਦਿਲ ਵਿੱਚ ਰਹਿੰਦੀਆਂ, ਕਿਉਂਕਿ ਇਹ ਫਿਲਮਾਂ ਨੇ ਐਕਟਰ ਦੀ ਜ਼ਿੰਦਗੀ ਨੂੰ ਬਦਲ ਰੱਖਿਆ। ਮੇਰੀ ਜ਼ਿੰਦਗੀ ਨੂੰ ਬਦਲਿਆ ਸੀ। ਅੱਛਾ ਮਨਪ੍ਰੀਤ ਜੀ, ਸਵਾਲ ਤੁਸੀਂ ਕੁਝ ਹੋਰ ਸੋਚ ਰਹੇ ਸੀਗੇ, ਕਹਿ ਰਹੇ ਸੀਗੇ ਇਹਨਾਂ ਦਾ ਮੈਨੂੰ ਪੁੱਛਣ ਨੂੰ ਡਰ ਲੱਗਦਾ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਵਿਆਹ ਦੀ ਜਿਹੜੀ ਜ਼ਿੰਦਗੀ ਹੈ ਉਹ ਤੁਸੀਂ ਮੈਰਿਡ ਲਾਈਫ ਕਿਵੇਂ ਮੈਨੇਜ ਕਰਦੇ ਹੋ? ਦੇਖੋ ਜੀ, ਮੈਂ ਬੜੀ ਕੋਸ਼ਿਸ਼ ਕੀਤੀ ਹੈ 3 ਵਾਰੀ, ਚੌਥੀ ਵਾਰੀ ਸਕਸੈਸਫੁਲ ਹੋ ਗਿਆ। ਉਹ ਵੀ ਪੰਜਾਬੀ ਕੁੜੀ ਨਾਲ। ਮਾਈ ਵਾਈਫ ਇਜ਼ Parveen Kaur Dosanjh, the Punjabi girl, and for 17 years we have been together. Finally, after a lot of trial and error, I got the equation right. ਬੇਦੀ ਸਾਹਿਬ, ਵੈਸੇ ਕਹਿਣਾ ਨਹੀਂ ਚਾਹੀਦਾ, ਜਨਰੇਸ਼ਨ ਗੈਪ ਲੇਕਿਨ ਬਹੁਤ ਜ਼ਿਆਦਾ ਹੈ। ਉਹਦੇ ਵਿੱਚ ਫਿਰ ਤੁਹਾਨੂੰ ਲੱਗਦਾ ਹੈ ਕਿ ਅੰਡਰਸਟੈਂਡਿੰਗ ਮੈਚ ਹੋ ਪਾਉਂਦੀ ਹੈ? ਚੰਗੀ ਜੁਗਲਬੰਦੀ ਹੈ। She makes me feel young, I make her feel wise. She makes me feel young, I make her feel wise. ਕਿਉਂਕਿ ਪੁੱਛਣ ਤੋਂ ਸ਼ਾਇਦ ਡਰ ਰਹੇ ਸੀ ਤੁਸੀਂ। ਕਹਿ ਰਹੀ ਸੀ ਗੁਸਤਾਖੀ ਮਾਫ ਜੇ ਮੈਂ ਪੁੱਛਣਾ ਚਾਹੁੰਦੀ ਹਾਂ, ਕਿਉਂਕਿ ਇੱਕ ਰਿਲੇਸ਼ਨ ਚੋਂ ਨਿਕਲ ਕੇ ਦੂਜੇ 'ਚ ਜਾਣਾ ਬੜਾ ਔਖਾ ਹੁੰਦਾ ਹੈ। ਔਖਾ ਹੁੰਦਾ ਨਹੀਂ, ਜਦ ਵੀ ਕੋਈ ਰਿਲੇਸ਼ਨਸ਼ਿਪ ਖਤਮ ਹੁੰਦਾ ਹੈ ਬੜੀ ਦੁੱਖ ਦੀ ਗੱਲ ਹੈ। ਕੋਈ ਬੰਦਾ ਮੇਰੇ ਹਿਸਾਬ ਨਾਲ ਕੋਈ ਸ਼ਾਦੀ ਨਹੀਂ ਕਰਦਾ ਇਹ ਸੋਚਦਾ ਕਿ ਮੈਂ ਡਿਵੋਰਸ ਕਰਨਾ ਹੈ। ਕਦੇ ਕਦੇ ਚੀਜ਼ਾਂ ਬਦਲ ਜਾਂਦੀਆਂ, ਸਿਚੁਏਸ਼ਨ ਬਦਲ ਜਾਂਦੇ ਨੇ, ਲੋਕ ਬਦਲ ਜਾਂਦੇ ਨੇ, ਸਰਕਮਸਟੈਂਸਸ ਬਦਲ ਜਾਂਦੇ ਨੇ। ਕਦੇ ਕਦੇ ਇੱਕ ਪੂਰੀ ਜਰਨੀ ਕੰਪਲੀਟ ਨਹੀਂ ਹੋ ਸਕਦੀ। तो जिवें फैज़ अहमद फैज़ ने किया है, जिस अफसाने को अंजाम तक लाना ना हो मुमकिन, जिहड़ी स्टोरी कंप्लीट नहीं हो सकती, जिस अफसाने को अंजाम तक लाना ना हो मुमकिन, उसे एक खूबसूरत मोड़ पर छोड़ देना बेहतर। तो मैंने ऐसे मोड़ पे छोड़े हैं कि ऑल माई एक्स-वाइज रिमेन फ्रेंड्स विद मी एंड आई रिगार्ड दैट एज अ बिग अचीवमेंट। सारी एक्स-वाइज मेरी फ्रेंड्स रही हैं, ये मैं अपनी बहुत बड़ी अचीवमेंट बनना है। थैंक यू। बस इतने ये गल खत्म होंदी है, दिल होना चाहिए जवान उम्र च की रखे है। थैंक यू। राइट, प्रमोद शर्मा जी तो भी जान लेने कुछ सवाल करना चाहते हैं सर, साडे इनपुट हेड ने। सर ने अभी जिक्र किया 73 की सुपरहिट फिल्म थी कच्चे धागे, रूपा का किरदार आपने किया था उसमें, और उस समय विनोद खन्ना के साथ था और जबरदस्त आपका रोल था। लोगों ने लंबे अरसे तक आपको याद किया उस रोल के लिए। आज भी लोग याद करते हैं, जो पुराने लोग देखते हैं। आपने आप तो एनसाइक्लोपीडिया हैं, हर चीज जानते हैं, कमाल के। 76 में आपकी नागिन फिल्म आई, देखिए उसके बाद फिर भी आपने लगातार आपकी फिल्में आती रही। तो सर मेरा सवाल ये है कि आपने तरह तरह के रोल किए, फिर हॉलीवुड भी गए और यूरोप में भी गए, लेकिन कहीं ना कहीं मुझे ऐसा लगता है कि अभी बॉलीवुड में जो आपका एक मुकाम बनना चाहिए था, जिसके आप हकदार थे, वाजिब हकदार थे, तो बहुत सारे कैरेक्टर जो रोल आपको मिलने चाहिए थे, मतलब कुछ आपके मन में ऐसा रहा हो कि ये कैरेक्टर अगर मैं करता तो शायद अच्छा करता? एक फीलिंग कभी आई है कि मुझे वो रोल नहीं मिले जिन्हें मुझे मिलने चाहिए थे, लेकिन इस सिक्के का दूसरा साइड भी है कि अगर वो ऐसे रोल मिलते शायद मैं बॉलीवुड में ही रहता, इंटरनेशनल एक्टर कभी नहीं बनता। जो मुझे अपॉर्चुनिटीज इंटरनेशनल मार्केट में मिली हैं, यूरोपियन सिनेमा में, अमेरिकन सिनेमा में, वो शायद मेरे पल्ले नहीं पड़ती अगर यहाँ इतने अच्छे रोल मिलते। फिर भी मुझे यहाँ काफ़ी अच्छे रोल मिले हैं और मुझे ये गर्व की बात है कि मैं इतने सिनेमाज में इतने अच्छे रोल कर पाया हूँ थ्रू द इयर्स और करता रहूँगा। आई होप दिस फिल्म इज अ कंटिन्यूएशन ऑफ दैट। जी बिल्कुल, और आप पहले स्टार हैं बॉलीवुड के
जिसने हॉलीवुड में जाके काम किया, यूरोप में जाके काम किया, अभी तो 1-2 फिल्में कर लेते हैं आज के स्टार तो सुपरस्टार मानने लगते हैं, लेकिन आपने बड़े बड़े स्टार्स के साथ काम किया, विनोद खन्ना, सुनील दत्त और बाकी फिरोज खान, जलगार में आप थे, आपका बड़ा रोल था उसमें, ऋतिक रोशन, शाहरुख खान, अक्षय कुमार, सब। तो कुछ आप अंतर पाते हैं आज के जो स्टार हैं या पुराने जो बड़े बड़े स्टार थे जिनके साथ आपने काम किया, तो कुछ उन्हें सीखने की ज़रूरत है, उतना कम मेहनत करते हैं? नहीं, आजकल के स्टार्स बहुत कमाल के हैं। आजकल की कंपटीशन बहुत तकड़ी है। आजकल स्टार बनना बहुत मुश्किल है, क्योंकि इतने डिमांड्स होते हैं स्टारडम पे। एक्शन भी करिए, गाने भी गाइए, कमाल की दिखिए भी और कमाल के एक्टर भी होइए। तो आजकल स्टार बनना आसान नहीं, कंपटीशन बहुत तकड़ी है। हमारे ज़माने के स्टार्स भी कमाल के लोग थे, अपनी जगह ठीक थे। आज के स्टार्स मेरे ख्याल में सबसे बड़े स्टार्स हैं, सबसे बड़े स्टार्स। बेदी जी देखियो कितनी बड़ी लाइन लगी हुई है, फटाफट सवाल ले लेने हाँ असी बस। अच्छा पहला आकाश जी, ਇਹ ਵੀ ਸੀਰੇ ਦੇ ਸਵੈਗ ਦੀ ਟੀਮ ਦੇ ਮੈਂਬਰ ਨੇ ਤੇ ਐਡਿਟ ਸਾਰਾ ਇਹੀ ਕਰਨਗੇ ਤੁਹਾਡਾ ਇੰਟਰਵਿਊ। ਅੱਛਾ ਓਕੇ ਹਾਂਜੀ ਕੀ ਪੁੱਛਣਾ ਸਰ? ਮੇਰਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਜਦੋਂ ਤੁਸੀਂ 1983 ਵਿੱਚ ਮੂਵੀ ਕੀਤੀ ਹੈ, ਉਹ ਮੂਵੀ ਕਰਨ ਦਾ ਸਬੱਬ ਕਿਵੇਂ ਬਣਿਆ ਜੀ? 1983 ਤੁਸੀਂ ਜੇਮਸ ਬੌਂਡ ਆਕਟੋਪਸੀ ਦੀ ਗੱਲ ਕਰ ਰਹੇ ਹੋ, ਉਹਦਾ ਸਬੱਬ ਕਿਵੇਂ ਬਣਿਆ ਮੂਵੀ ਕਰਨ ਦਾ ਜੀ? ਕੀ ਮੂਵੀ ਵਿੱਚ ਕੰਮ ਕਰਨ ਦਾ? ਹਾਂ, ਉਸ ਵੇਲੇ ਮੈਂ ਹਾਲੀਵੁੱਡ ਵਿੱਚ ਰਹਿੰਦਾ ਸੀ ਤੇ ਜਿਹੜੇ ਜੇਮਸ ਬੌਂਡ ਦੀ ਫਿਲਮ ਬਣਾਉਂਦੇ ਨੇ ਬੜੇ ਕੈਲਕੂਲੇਟਡ ਬੰਦੇ ਨੇ। ਉਹ ਹਮੇਸ਼ਾ ਚਾਹੁੰਦੇ ਸੀ ਕਿ ਜੇਮਸ ਬੌਂਡ ਦੀ ਇੰਟਰਨੈਸ਼ਨਲ ਅਪੀਲ ਵਧੇ। ਉਹਨਾਂ ਨੂੰ ਪਤਾ ਚੱਲਿਆ ਕਿ ਮੈਂ ਯੂਰਪ ਵਿੱਚ ਬਹੁਤ ਵੱਡਾ ਸਟਾਰ ਹਾਂ ਤੇ ਨਾਲੇ ਇੰਡੀਅਨ, ਰੋਲ ਵੀ ਇੰਡੀਅਨ ਦਾ ਸੀ, ਸਿੱਖ ਦਾ ਸੀ। ਤੇ ਉਹਨਾਂ ਸੋਚਿਆ ਸਿੱਖ ਦਾ ਰੋਲ ਸਾਡੇ ਕੋਲ ਹੈ, ਬੰਦਾ ਯੂਰਪੀਅਨ ਸਟਾਰ ਹੈ, ਇਹਨੂੰ ਕਾਸਟ ਕਰੋ, ਸਾਡੀ ਰੀਚ ਹੋਰ ਵੱਧ ਜਾਏਗੀ। ਇਸ ਲਈ ਉਹਨਾਂ ਨੇ ਮੈਨੂੰ ਰੋਲ ਆਫਰ ਕੀਤਾ, ਮੈਂ ਐਕਸੈਪਟ ਕੀਤਾ ਔਰ ਵਾਕਈ ਮੈਨੂੰ ਬਹੁਤ ਫਾਇਦਾ ਪਹੁੰਚਿਆ, ਕਿਉਂਕਿ ਹਾਲਾਂਕਿ ਸੈਂਡੋਕੈਨ ਨੇ ਮੈਨੂੰ ਯੂਰਪ ਵਿੱਚ ਸਟਾਰ ਬਣਾਇਆ, ਲੇਕਿਨ ਜੇਮਸ ਬੌਂਡ ਦੀ ਫਿਲਮ ਨੇ ਮੈਨੂੰ ਇੱਕ ਵਰਲਡ ਵਾਈਡ ਆਡੀਅנס ਦਿੱਤੀ। ਜੇਮਸ ਬੌਂਡ ਦੀ ਮਤਲਬ ਮਿਲੀਅਨਸ, ਹੰਡਰਡਸ ਆਫ ਮਿਲੀਅਨਸ ਆਫ ਫੈਨਸ ਹੈ ਦੁਨੀਆ ਭਰ 'ਚ। ਇਹ ਬੰਦੇ ਬੜੇ ਕੱਟਰ ਜੇਮਸ ਬੌਂਡ ਦੇ ਫੈਨ ਹੈ। ਜਿਹੜਾ ਵੀ ਐਕਟਰ ਕੋਈ ਵੀ ਰੋਲ ਕਿਸੇ ਮਤਲਬ ਲੈਵਲ ਦੀ ਇੰਪੋਰਟੈਂਸ ਦਾ ਰੋਲ ਕਰੇ ਜੇਮਸ ਬੌਂਡ ਫਿਲਮ ਵਿੱਚ, ਉਹ ਉਹਦੇ ਪਿੱਛੇ ਪੈ ਜਾਂਦੇ ਨੇ। ਫੋਟੋ ਭੇਜੋ ਸਾਨੂੰ, ਸਾਡੇ ਘਰ ਆਓ, ਸਾਡੀ ਕਨਵੈਨਸ਼ਨ ਵਿੱਚ ਆਓ, ਸਾਨੂੰ ਮਿਲੋ, ਇਸ ਸ਼ਹਿਰ 'ਚ ਆਓ, ਸਾਡੀ ਗੈਦਰਿੰਗ ਹੋ ਰਹੀ ਹੈ, ਸਾਡੇ ਕਲੱਬਸ ਨੇ, ਸਾਡੇ ਐਗਜ਼ੀਬਿਸ਼ਨਸ ਨੇ, ਬੁਲਾਉਂਦੇ ਰਹਿੰਦੇ ਨੇ। ਅਤੇ ਜੇਮਸ ਬੌਂਡ ਦੀ ਫਿਲਮ ਨੇ ਮੈਨੂੰ ਬਹੁਤ ਕੁਝ ਦਿੱਤਾ ਐਂਡ ਆਈ ਐਮ ਵੈਰੀ ਗ੍ਰੇਟਫੁਲ ਦੈਟ ਦੇ ਕਾਸਟ ਮੀ, ਕਿਉਂਕਿ ਇਹੋ ਜਿਹੇ ਮੌਕੇ ਬਹੁਤ ਕਮ ਮਿਲਦੇ ਨੇ। ਇਹ ਪ੍ਰਾਈਡ ਦੀ ਗੱਲ ਵੀ ਹੈ ਕਿ ਮੈਂ ਵਾਸ ਦ ਫਰਸਟ ਇੰਡੀਅਨ ਐਕਟਰ ਟੂ ਬੀ ਇਨ ਅ ਜੇਮਸ ਬੌਂਡ ਫਿਲਮ। ਸਰ ਇੱਕ ਹੋਰ ਕੁਐਸਚਨ ਹੈ ਮੇਰਾ। ਹਾਂ ਦੱਸੋ। ਉਸ ਟਾਈਮ ਸਰ ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਤਾਂ ਲੋਕਾਂ ਨੂੰ ਮਤਲਬ ਉਸ ਟਾਈਮ ਮਾਹੌਲ ਕਿਵੇਂ ਦਾ ਸੀਗਾ ਤੁਹਾਡੀ ਪਰਸਨਲ ਲਾਈਫ ਤੇ ਪ੍ਰੋਫੈਸ਼ਨਲ ਲਾਈਫ ਵਿੱਚ? ਕਿੱਦਾਂ ਦਾ ਮਾਹੌਲ ਸੀਗਾ ਜੀ ਜਦੋਂ ਤੁਹਾਨੂੰ ਕਾਸਟਿੰਗ ਲਈ ਕਾਲ ਆਉਂਦੀ ਹੈ? ਕਿਉਂਕਿ ਅੱਜ ਕੱਲ੍ਹ ਦੇਖਿਆ ਜਾਵੇ ਨਾ ਕਮੈਂਟਸ ਬਹੁਤ ਆਉਂਦੇ ਨੇ। ਬਹੁਤ ਆਉਂਦੇ ਨੇ। ਕੀ ਹੈ ਕਿ ਉਸ ਵੇਲੇ ਇੰਪੋਰਟੈਂਸ ਜ਼ਿਆਦਾ ਮੈਗਜ਼ੀਨ ਦੀ ਸੀ। ਮੈਗਜ਼ੀਨਸ 'ਤੇ ਕਦੇ ਕੋਈ ਵੱਖਰੇ ਟੈਲੀਵਿਜ਼ਨ ਪ੍ਰੋਗਰਾਮ ਹੁੰਦੇ ਸੀ, ਐਂਟਰਟੇਨਮੈਂਟ ਸੈਕਸ਼ਨ ਇਨ ਦ ਲਾਰਜਰ ਥਿੰਗ। ਅਤੇ ਸੋਸ਼ਲ ਮੀਡੀਆ ਬਿਲਕੁਲ ਨਹੀਂ ਸੀ, ਇੰਟਰਨੈਟ ਨਹੀਂ ਸੀ, ਈਮੇਲ ਨਹੀਂ ਸੀ। ਓਨਲੀ ਵੇ ਆਫ ਪ੍ਰੋਪਗੇਟਿੰਗ ਯੋਰਸੈਲਫ ਵਾਜ਼ ਟੂ ਹੈਵ a presence on the platforms that the magazines and newspapers represented. So magazines are very important. Magazines ਦੀ ਅਹਿਮੀਅਤ ਹੁਣ ਘੱਟ ਹੋ ਗਈ ਹੈ, ਕਿਉਂਕਿ ਮੈਗਜ਼ੀਨਸ ਸਾਰੇ ਆਨਲਾਈਨ ਹੋ ਗਏ ਨੇ, ਹਜ਼ਾਰਾਂ ਹੋਰ ਬੰਦੇ ਆਨਲਾਈਨ ਹੋ ਗਏ ਨੇ। ਅੱਜ ਕੱਲ੍ਹ ਚੈਲੰਜ ਵੱਖਰੀ ਹੈ। ਅੱਜ ਕੱਲ੍ਹ ਚੈਲੰਜ ਇਹ ਹੈ ਕਿ ਇੰਨੇ ਮੀਡੀਅਮਸ ਹੋ ਗਏ ਨੇ, ਤੁਸੀਂ ਸਾਰੇ ਮੀਡੀਅਮਸ ਵਿੱਚ ਕਿਸ ਤਰ੍ਹਾਂ ਐਟ ਦ ਸੇਮ ਟਾਈਮ ਅਲਾਈਵ ਰਹਿ ਸਕਦੇ ਹੋ। ਇਹ ਚੈਲੰਜ ਹੋ ਗਈ ਹੈ। ਉਸ ਵੇਲੇ ਚੈਲੰਜ ਇਹ ਸੀ ਕਿ ਤੁਸੀਂ ਜਿਹੜੇ ਘੱਟ ਮੈਗਜ਼ੀਨ ਨੇ ਉਹਦੇ ਵਿੱਚ ਕਿਸ ਤਰ੍ਹਾਂ ਫੀਚਰ ਹੋ ਸਕਦੇ ਹੋ। ਸੋ ਮੈਂ ਕਹਿੰਦੀ ਕਿ ਜਾਂਦੇ ਨੇ 2-3 ਸਵਾਲ, ਬਾਕੀ ਮਾਈਂਡ 'ਚ ਤਾਂ ਬਹੁਤ ਸਾਰੇ ਸਵਾਲ ਨੇ, ਕਿਉਂਕਿ ਜੂਨੀਅਰ ਦੇ ਟ੍ਰੇਲਰ ਦੇਖ ਕੇ ਇੰਨੇ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ, ਬਟ ਇੱਥੇ ਸਮੇਂ ਦੀ ਥੋੜ੍ਹੀ ਜਿਹੀ ਕਮੀ ਆ। ਸੋ ਇੱਕ ਸਰ ਤੁਹਾਡੇ ਕੋਲੋਂ ਸਵਾਲ ਹੈ
ਐਕਸ਼ਨ ਆ, ਡਰਾਮਾ ਆ, ਇਮੋਸ਼ਨਸ ਆ, ਬਹੁਤ ਸਾਰੀਆਂ ਚੀਜ਼ਾਂ ਨੇ। ਅਸੀਂ ਦੇਖ ਰਹੇ ਤੁਸੀਂ ਇੰਸਟਾਗ੍ਰਾਮ ਤੇ ਕੁਝ ਵੀਡੀਓਜ਼ ਅਪਲੋਡ ਕੀਤਾ ਕਿ ਕਿਵੇਂ ਟ੍ਰੇਨਿੰਗ ਚੱਲ ਰਹੀ ਸੀ, ਕਿਵੇਂ ਚੀਜ਼ਾਂ ਹੋ ਰਹੀਆਂ ਸੀ। ਸ਼ੂਟਿੰਗ ਦੇ ਦੌਰਾਨ ਕਿੰਨਾ ਟਫ ਸੀ ਜਾਂ ਕੀ ਕੁਝ ਹੋਇਆ, ਕੋਈ ਐਦਾਂ ਦਾ ਇਨਸੀਡੈਂਟ ਵੀ ਹੋਇਆ ਜਿੰਨੇ ਰੌਂਗਟੇ ਖੜੇ ਕਰਤੇ ਹੋਣ ਤੁਹਾਡੇ, ਕਿਉਂਕਿ ਪੰਚ ਵਗੈਰਾ ਕਰਦੇ ਹੋਏ ਇੱਕ ਦੂਜੇ ਤੇ ਕਾਫੀ ਚੀਜ਼ਾਂ ਹੋਈਆਂ ਸੀ। ਹਾਂਜੀ ਹਾਂਜੀ, ਆ ਇਹ ਮਤਲਬ ਇਹ ਇਹਨਾਂ 'ਚੋਂ ਕੋਈ ਰੌਂਗਟੇ ਖੜੇ ਵਾਲੀ ਗੱਲ ਨਹੀਂ ਸੀ, ਬਟ ਇਹ ਐਂ ਵੀ ਇਹ ਪ੍ਰੋਬਲਮੈਟਿਕ ਜਿਹਾ ਹੋ ਜਾਂਦਾ ਥੋੜਾ ਜਿਹਾ, ਬਿਕੋਜ਼ ਐਕਸ਼ਨ ਤੁਸੀਂ ਪਰਫਾਰਮ ਕਰਨਾ ਵੀ ਲੱਗੇ ਰੀਅਲ, ਪਰ ਰੀਅਲ ਵਿੱਚ ਕਿਉਂ 15 ਜੇ ਰੀਟੇਕਸ ਨੇ 15 ਵਾਰ ਕਿਸੇ ਨੂੰ ਜੈਨੂਅਲੀ ਮਤਲਬ ਮੁੱਕਾ ਨਹੀਂ ਕਿਸੇ ਨੂੰ ਮਾਰ ਸਕਦੇ। ਸੋ ਉਹ ਰੀਅਲ ਲਵਾਉਣਾ ਵੀ ਆ, ਉਹ ਮਤਲਬ ਬਿਲਕੁਲ ਕਲੋਜ਼ ਇਨਕਾਊਂਟਰ ਹੋਣਾ ਚਾਹੀਦਾ, ਫੋਰਸ ਤੋਂ ਬਾਅਦ ਨਾਲ ਦੀ ਨਾਲ ਵਾਪਸ ਲਿਆਉਣਾ, ਤੇ ਉਹਦਾ ਅਗਲੇ ਦਾ ਵੀ ਰਿਐਕਸ਼ਨ ਹੈਜ਼ ਟੂ ਬੀ ਲਾਈਕ ਔਨ ਟਾਈਮ ਬਿਲਕੁਲ। ਸੋ ਕਈ ਵਾਰੀ ਕੀ ਹੁੰਦਾ ਸੀਗਾ ਕਿ ਜਦੋਂ ਟੇਕਸ ਰੀਟੇਕਸ ਦੇ ਵਿੱਚ ਕਿਸੇ ਦੇ ਮਤਲਬ ਇੱਕ ਇੱਥੇ ਵੱਜ ਗਿਆ ਸੀ ਕਿਸੇ ਦੇ, ਹੀ ਸਟਾਰਟਡ ਬਲੀਡਿੰਗ ਹੈ ਨਾ, ਕੋਈ ਸਟੰਟਮੈਨ ਸੀਗਾ, ਤੇ ਅਸੀਂ ਉਹਨਾਂ ਨੂੰ ਮਤਲਬ ਉਹ ਹੀ ਸਟਾਰਟ ਲਾਫਿੰਗ ਅਬਾਊਟ ਇਟ ਆਲਸੋ ਵੀ ਹਾਂ ਹੋ ਗਿਆ ਹੈ ਨਾ, ਕਿਹੜੀ ਗੱਲ ਆ। ਕਿਸੇ ਦੇ ਕਿੱਕ ਮਾਰਨੀ ਸੀਗੀ, ਉਹ ਮਤਲਬ ਘੁੰਮ ਕੇ ਮਾਰਨੀ ਸੀਗੀ, ਤੇ ਜਦੋਂ ਘੁੰਮ ਰਹੇ ਹੋਵੋ ਨਾ ਤੁਸੀਂ ਫੋਕਸ ਆਪਣਾ ਇੱਕ ਥਾਂ ਤੇ ਨਹੀਂ ਬਰਕਰਾਰ ਰਹਿੰਦਾ। ਉਹ ਇੱਥੇ ਮਾਰਨੀ ਚਾਹੀਦੀ ਸੀ, ਮੇਰੇ ਤੋਂ ਇੱਥੇ ਵੱਜ ਗਈ ਉਹਨਾਂ ਦੇ ਗਲ 'ਚ, ਉਹਨਾਂ ਦੇ ਸੱਟ ਲੱਗੀ ਸੀਗੀ। ਤੇ ਆਹ ਕਰਦੇ ਸਾਡੀ ਜਿਹੜੀ ਵੈਨ ਦਾ ਪਲਟਣ ਦਾ ਸੀਨ ਸੀਗਾ, ਉਹ ਬਹੁਤ ਇੱਕ ਰਸਟਡ ਜੀ ਪੁਰਾਣੀ ਜੀ ਵੈਨ ਸੀਗੀ, ਮੈਨੂੰ ਬਹੁਤ ਸ਼ਿਲਤਰਾਂ ਲੱਗੀਆਂ ਉਹਦੇ ਨਾਲ। ਸਾਡਾ ਪ੍ਰੋਸੈਸ ਵੀ ਮੈਨੂੰ ਲੱਗਦਾ ਸ਼ੂਟ 1.5 ਸਾਲ ਚੱਲਦਾ ਰਿਹਾ, ਤੋੜ ਕੇ 2 ਵਾਰ ਦੇ ਟੈਟਨਸ ਦੇ ਟੀਕੇ ਲਵਾਉਣੇ ਪਏ ਨੇ, ਕਿਉਂਕਿ ਜਿੱਥੇ ਵੀ ਲੋਹਾ ਪੁਰਾਣਾ ਜੰਗਾਲਿਆ ਲੱਗ ਜਾਂਦਾ ਹਾਂ। ਉਹ ਇੱਕ ਸੀਨ ਸੀਗਾ ਜਿਹਦੇ ਚ ਗਨ ਨਾਲ ਸਰ ਨੇ ਨਾ ਇੱਥੇ ਮਾਰਨਾ ਸੀਗਾ, ਤੇ ਸਰ ਕਹਿਣ ਯਾਰ ਵੀ ਮਤਲਬ ਮੈਂ ਜ਼ੋਰ ਦੀ ਮਾਰਾਂ, ਮੈਂ ਕਿਹਾ ਸਰ ਪਲੀਜ਼ ਜ਼ੋਰ ਦੀ ਮਾਰੋ ਨਾ, ਪਰ ਇਹਨਾਂ ਦੇ ਫਿਰ ਵੀ ਐ ਸੀ ਨਾ ਯਾਰ ਮੇਰੇ ਬੱਚੇ ਵਰਗੇ ਨੇ ਜਾਂ ਕੁਛ ਆ, ਇਹਨਾਂ ਨੇ ਹੱਥ ਇਧਰੋਂ ਨਾ ਸੌਫਟ ਪੋਰਸ਼ਨ ਜਾਂ ਗਨ ਨਾਲ ਓਵਰਲੈਪ ਕੀਤਾ ਤੇ ਉਹਦੇ ਨਾਲ ਮਾਰਿਆ। ਮੈਂ ਕਿਹਾ ਯਾਰ ਲੋਹਾ ਵੱਜ ਨਹੀਂ ਰਿਹਾ, ਮੈਂ ਮਾਰਦੇ ਕਹਿ ਰਿਹਾ ਸਰ ਨੂੰ ਮਾਰੋ, ਬਟ ਇਹ ਵੀ ਸਮਾਰਟਲੀ ਇਹਨਾਂ ਨੇ ਮਤਲਬ ਇੰਪੈਕਟ ਵੀ ਪੂਰਾ ਦਿਖਾਇਆ ਤੇ ਮੇਰੇ ਵੀ ਸੱਟ ਨਾਲ ਵੱਜਣ ਦਿੱਤੀ। ਨਹੀਂ ਐਕਸ਼ਨ ਦਾ ਕੰਮ ਹਮੇਸ਼ਾ ਬਹੁਤ ਖਤਰਨਾਕ ਰਹਿੰਦਾ ਹੈ, ਬਹੁਤ ਅਟੈਂਸ਼ਨ ਪੇ ਕਰਨਾ ਪੈਂਦਾ ਹੈ, ਕਿਉਂਕਿ ਛੋਟੀ ਗੱਲਾਂ ਨਾਲ ਬਹੁਤ ਵੱਡੀ ਮਿਸਟੇਕਸ ਹੋ ਸਕਦੀ ਹੈ ਨਾ, ਤੇ ਬਹੁਤ ਮਤਲਬ ਜ਼ਬਰਦਸਤ ਇੰਜਰੀਜ਼ ਵੀ ਹੋ ਸਕਦੀਆਂ ਨੇ। ਇਸ ਲਈ ਕੁਝ ਵੀ ਕਹੋ ਸੇਫਟੀ ਫਸਟ ਹਮੇਸ਼ਾ ਯਾਦ ਕਰਨੀ ਪੈਂਦੀ ਹੈ। ਤੇ ਜਿਵੇਂ ਅਮੀ ਕਹਿ ਰਿਹਾ ਸੀ, ਇਸ ਗਨ ਦਾ ਸੀਨ ਜੇ ਮੈਂ ਅਸਲ ਵਿੱਚ ਪਤਾ ਨਹੀਂ ਕੀ ਹਾਲ ਹੋ ਜਾਂਦਾ ਵਿਚਾਰੇ ਦਾ, ਕੁਝ ਬਚਾ ਕੇ ਕਰਨਾ, ਲੇਕਿਨ ਬਚਾ ਕੇ ਇਸ ਤਰ੍ਹਾਂ ਕਰਨਾ ਜਿਵੇਂ ਲੱਗੇ ਕਿ ਮੈਂ ਵਾਕਈ ਟਿਕਾਈ ਹੈ ਗਨ ਮੱਥੇ ਤੇ। ਇੱਕ ਚੀਜ਼ ਤੁਸੀਂ ਸਰ ਕਿਹਾ ਸੀ ਕਿ ਪੰਜਾਬੀ ਦੇ ਵਿੱਚ ਸਾਨੂੰ ਜਿਹੜਾ ਆ ਸ੍ਰਿਸ਼ਟੀ ਮੈਮ ਉਹ ਡਾਇਲੌਗ ਸੁਣਾਉਣਗੇ, ਤੇ ਮੈਂ ਚਾਹਨੀ ਕਿ ਜਾਂਦੇ ਇੱਕ ਡਾਇਲੌਗ ਜ਼ਰੂਰ ਹੋ ਜੇ। ਜਿਹੜੇ ਵੀ ਜ਼ਿੰਮੇਵਾਰ ਨੇ ਤੂੰ ਉਹਨਾਂ ਨੂੰ ਸਿਰਫ ਮਾਰੇਗਾ ਨਹੀਂ, ਰੁਲਾਏਗਾ ਉਹਨਾਂ ਨੂੰ, ਤੜਫਾਏਗਾ ਉਹਨਾਂ ਨੂੰ, ਖਾ ਮੇਰੀ ਸੌ। ਥੈਂਕ ਯੂ। ਅੱਛਾ, ਪਰ ਇੱਕ ਹੋਰ ਜਾਂਦੇ ਹੋਏ ਸਵਾਲ, ਕਿਉਂਕਿ ਅਮਿਕ ਜੀ ਤੁਸੀਂ ਜ਼ਿਕਰ ਕੀਤਾ ਇਹਦੇ ਵਿੱਚ ਕਿ ਜੂਨੀਅਰ 2 ਦਾ ਵੀ ਤੁਸੀਂ ਜਿਹੜੀ ਸ਼ੂਟਿੰਗ ਸ਼ੁਰੂ ਕਰ ਦਿੱਤੀ, ਯਾਨੀ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਜੂਨੀਅਰ 1 ਜਿਹੜੀ ਆ ਉਹ ਬਹੁਤ ਵਧੀਆ ਪਰਫਾਰਮ ਕਰਨ ਵਾਲੀ ਹੈ, ਉਹਦੇ ਵਿੱਚ ਵੀ ਕਬੀਰ ਜੀ ਦਿਖਣਗੇ, ਸ੍ਰਿਸ਼ਟੀ ਦਿਖਣਗੇ। ਮੈਂ ਸਰ ਨਾਲ ਅਫੀਸ਼ੀਅਲੀ ਅਜੇ ਗੱਲ ਕਰਨੀ, ਪਰ ਮੈਂ ਤੁਹਾਡੇ ਚੈਨਲ ਰਾਹੀਂ ਗੱਲ ਨਾ, ਉਹ ਬੇਸਿਕਲੀ ਹਾਫ ਪ੍ਰੀਕੁਅਲ ਆ ਹਾਫ ਸੀਕੁਅਲ ਹੈ, ਸੈਕੰਡ ਪਾਰਟ ਹੈ। ਐਕਚੁਅਲੀ ਇਹ ਸਟੋਰੀ ਜਦੋਂ ਲਿਖੀ 2 ਪਾਰਟਸ 'ਚ ਸੀਗੀ, ਸੋ ਇਹ ਰਿਜ਼ਲਟ ਤੇ ਅਸੀਂ ਬਹੁਤਾ ਡਿਪੈਂਡ ਪਹਿਲਾਂ ਵੀ ਸੋਚਿਆ ਸੀ ਨਹੀਂ ਕਰਨਾ, ਇਰਰਿਸਪੈਕਟਿਵ ਆਫ ਵਾਟਐਵਰ ਹੈਪਨਸ ਔਨ ਫਰਾਈਡੇ ਅਸੀਂ ਸੈਕੰਡ ਪਾਰਟ ਬਣਾਉਣਾ ਹੀ ਬਣਾਉਣਾ ਹੈ। ਤੇ ਜਿਹੜਾ ਪ੍ਰੀਕੁਅਲ ਪਾਰਟ ਹੈ ਉਹਦੇ ਵਿੱਚ ਸਰ ਦੀ ਇਨਵੋਲਵਮੈਂਟ ਵੀ ਹੈਗੀ ਹੈ, ਸਰ ਨਾਲ ਅਸੀਂ ਇੱਕ ਵਾਰ ਦੁਬਾਰਾ ਮੀਟਿੰਗ ਕਰਕੇ ਅਜੇ ਇਜਾਜ਼ਤ ਵੀ ਲੈਣੀ ਹੈ, ਤੇ ਸ੍ਰਿਸ਼ਟੀ ਓਬਵੀਅਸਲੀ ਪ੍ਰੀਕੁਅਲ 'ਚ ਵੀ ਇਹ ਹੈਗੇ ਨੇ ਤੇ ਸੀਕੁਅਲ ਪਾਰਟਸ ਵੀ ਹੈਗੇ ਨੇ। ਆਲ ਦ ਵੈਰੀ ਬੈਸਟ ਫॉर द मूवी। ਥੈਂਕ ਯੂ ਮੈਮ। ਅੱਛਾ ਕਬੀਰ ਜੀ, ਤੁਸੀਂ ਬੜੇ ਟਿਪਸ ਅੱਜ ਦਿੱਤੇ ਹੈ ਹਰ ਕਿਸੇ ਨੂੰ, ਮੈਂ ਕਿਹਾ ਨਹੀਂ ਲੇਕਿਨ ਅੱਛਾ ਕਬੀਰ ਜੀ ਤੁਸੀਂ ਅੱਜ ਲੇਕਿਨ ਬਹੁਤ ਸਾਰੇ ਟਿਪਸ ਦਿੱਤੇ ਨੇ, ਇਹ ਟਿਪਸ ਤੁਸੀਂ ਪੂਜਾ ਨੂੰ ਦਿੱਤੇ, ਹੁਣ ਤੁਹਾਡੀ ਦੋਤੀ ਵੀ ਜਿਹੜੀ ਹੈ ਉਹ ਵੀ ਫਿਲਮਾਂ ਦੇ ਵਿੱਚ ਆ ਗਏ, ਤਾਂ ਉਹਨਾਂ ਨੂੰ ਵੀ ਤੁਸੀਂ ਟਿਪਸ ਦਿੰਦੇ ਹੋ? ਅਲਾਇਆ ਕਮਾਲ ਦਾ ਕੰਮ ਕਰ ਰਹੀ ਹੈ। ਓਪਨਿੰਗ ਫਿਲਮ ਵਿੱਚ ਜਵਾਨੀ ਜਾਨੇਮਨ ਸੈਫ ਅਲੀ ਖਾਨ ਨਾਲ ਫਿਲਮ ਫੇਅਰ ਡੈਬਿਊ ਐਕਟਰਸ ਅਵਾਰਡ ਜਿੱਤੀ ਹੈ, ਫਿਰ एकता कपूर नाल यू-टर्न किया, अनुराग कश्यप की फिल्म की है, 4 फिल्मां की सारी सुपर हिट। फ्रेडी जी नेटफ्लिक्स आ रही है ऑल सुपर हिट है, हुणे बहुत वड्डी फिल्म कर रही है अक्षय कुमार ते जैकी श्रॉफ नाल, ते अगले साल जान जाओगे किहड़ी फिल्म, लेकिन कमाल दा काम कर रही है। आई एम सो प्राउड ऑफ हर। ये अलाया बिल्कुल नई जनरेशन की सब तो फाइनेस्ट एक्ट्रेस साबित होएगी, ये मेरी प्रोडिक्शन है, ये मेरी बिलीफ है, तो ये मेरी तमन्ना है, उम्मीद है, बिलीफ है।
ਅੱਛਾ ਜਿਹੜੀ ਤੁਹਾਡੀ ਜੂਨੀਅਰ ਫਿਲਮ ਆ ਰਹੀ ਹੈ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਕਾਮੇਡੀ ਫਿਲਮਸ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਹਾਲਾਂਕਿ ਹੁਣ ਦੂਸਰੇ ਜਨਰ ਦੀਆਂ ਫਿਲਮਸ ਵੀ ਪਸੰਦ ਕਰਨ ਲੱਗ ਗਏ ਤੇ ਤੁਸੀਂ ਕੀ ਰਿਕੁਐਸਟ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਕਰਨਾ ਚਾਹੋਗੇ ਪੰਜਾਬੀ ਆਡੀਅנס ਨੂੰ ਕਰਨਾ ਚਾਹੋਗੇ समझा नहीं कि मैं पंजाबी और की कहना चाहूँगा हाँ क्योंकि जी। कॉमेडी फिल्में बन रही हैं ਕਿਉਂਕਿ ਕਾਮੇਡੀ ਫਿਲਮਸ ਜ਼ਿਆਦਾ ਲਾਈਕ ਕਰਦੇ ਹਾਂ। ਹਨ ਹਾਲਾਂਕਿ ਹੁਣ ਦੂਸਰੀ ਜਨਰ ਦੀਆਂ ਫਿਲਮਸ ਵੀ ਪਸੰਦ ਕਰਨ ਲੱਗ ਗਏ ਜੂਨੀਅਰ ਫਿਲਮ ਜਿਹੜੀ ਹੈ ਉਸ ਨੂੰ ਲੈ ਕੇ ਕੀ ਅਪੀਲ ਕਰਨਾ ਚਾਹੋਗੇ लेकिन हर एक फिल्म हर एक किस्म की फिल्म जड़ी होंगी है उनकी अपनी मार्केट होंगी है कॉमेडी फिल्म की मार्केट चंगी है ਉਹਦੇ 'ਚ ਘੁੱਗੀ वगैरह मेरे दोस्त कमाल का काम कर रहे हैं लेकिन जूनियर जड़ी है उस ऑडियंस ਨੂੰ अपील करिए जिन्हों ਨੂੰ गदर चंगी लगी सी गदर 'ਚ कमाल ਦੀ एक्शन है गदर 'ਚ इमोशनल स्टोरी है ਇਹਦੇ 'ਚ ਦੋਨਾਂ ਚੀਜ਼ਾਂ ਦਾ ਮਤਲਬ ਫੁੱਲ ਡੋਜ਼ ਹੈ ਤੇ ਜਿਨ੍ਹਾਂ ਨੂੰ ਗਦਰ ਚੰਗੀ ਲੱਗੀ ਹੈ ਮੈਂ ਕਹਿੰਦਾ ਤੁਸੀਂ ਜਾ ਕੇ ਜੂਨੀਅਰ ਹੀ ਵੇਖੋ ਉਹਨਾਂ ਹੀ ਮਜ਼ਾ ਤੁਹਾਨੂੰ ਉੱਥੇ ਆਏਗਾ ਤੇ ਨਾਲੇ ਨੈਕਸਟ ਜਨਰੇਸ਼ਨ ਪੰਜਾਬ ਦੇ ਐਕਟਰ ਜਿਹੜੇ ਨੇ ਕਮੇ ਜਿਸ ਤਰ੍ਹਾਂ ਐਮੀ ਵਿਰਕ ਉਹਨਾਂ ਨੂੰ ਸਪੋਰਟ ਕਰੋ ਆਪਣੀ ਫਿਲਮਾਂ ਨੂੰ ਸਪੋਰਟ ਕਰੋ ਜੇ ਤੁਸੀਂ ਪੰਜਾਬੀ ਫਿਲਮਾਂ ਨੂੰ ਸਪੋਰਟ ਨਹੀਂ ਕਰੋਗੇ ਫਿਲਮਾਂ ਕਿਵੇਂ ਚੱਲਾਂਗੀ ਤੇ ਮੈਂ ਚਾਹੁੰਦਾ ਹਾਂ ਕਿ ਪੰਜਾਬੀ ਫਿਲਮਾਂ ਇੱਕ ਨਵੇਂ ਲੈਵਲ ਤੇ ਪਹੁੰਚਣ ਇਸ ਫਿਲਮ ਵਿੱਚ ਸਰਟਨਲੀ एक्शन लेवल से एक नया लेवल एस्टैब्लिश किया है विच आई थिंक एवरी पंजाबी विल बी प्राउड ऑफ कि हॉलीवुड लेवल की दे फिल्म एक बनी है तो मेरी पूरी कंग्रेचुलेशंस टू जूनियर टीम टू एमी विर्क टू साक्षी जिन्होंने बड़ी हिम्मत नाल इस पिक्चर बनाई है क्यों आजकल मैं कहना दिल तो कहना है कोई भी पिक्चर बनाना कंप्लीट करना रिलीज़ करना बहुत वड्डी गल है ज़माना बहुत मुश्किल हो गया फिल्म मेकर्स लिए तो पूरी सपोर्ट मैं मांगना है चाहना है बेनती करना है पंजाबी फिल्मों में सपोर्ट करो जूनियर आके देखो ਜ਼ਰੂਰ ਸਪੋਰਟ ਕਰਾਂਗੇ ਬੇਦੀ ਜੀ ਤੁਸੀਂ ਇੱਥੇ ਆਏ ਹੋ ਨਿਊਜ਼ ਰੂਮ ਦੇ ਵਿੱਚ ਸਭ ਨਾਲ ਗੱਲਬਾਤ ਕਰਕੇ ਕਿਵੇਂ ਵਧੀਆ ਲੱਗਿਆ ਡੇਲੀ ਪੋਸਟ ਦੇ ਨਿਊਜ਼ ਰੂਮ ਦੇ ਵਿੱਚ ਮੈਨੂੰ ਲੱਗਦਾ ਬਹੁਤ ਸਾਰੇ ਸਵਾਲ ਤੁਹਾਡੇ ਤੋਂ ਕੀਤੇ ਕਿੰਨੇ ਬੰਦੇ ਕਿੰਨੇ ਸਵਾਲ ਜਵਾਬ ਹਾਂ ਕਿੰਨਾ ਚੰਗਾ ਸੋਹਣਾ ਆਫਿਸ ਬਣਾਇਆ ਤੁਸੀਂ ਜੀ very impressed with Daily Post and all that you are doing ਥੈਂਕ ਯੂ ਸਰ I congratulate you and God bless you all ਜੀ ਸਰ ਕਹਿ ਰਹੇ ਨੇ ਰਿਵਿਊ ਕਰਨਾ ਹੈ ਤੁਸੀਂ ਦੱਸ ਦਿਓ ਫਿਲਮ ਦੇ ਰਿਵਿਊ ਕਹਿ ਰਹੇ ਹਨ ਕਿ ਜ਼ਰੂਰ ਕਰਿਓ ਸਪੋਰਟ ਕਰਿਓ ਬਿਲਕੁਲ ਜੀ ਜ਼ਰੂਰ ਕਿਉਂਕਿ ਟ੍ਰੇਲਰ ਦਾ ਜਿਵੇਂ ਕਿ ਸਰ ਮੈਂ ਪਹਿਲਾਂ ਹੀ ਕਹਿਤਾ ਕਿ ਮੇਰੀ ਜੋ ਟੀਮ ਸਾਰੀ ਐਂਟਰਟੇਨਮੈਂਟ ਦੀ ਉਹਨਾਂ ਨੇ ਇੱਕ ਨਹੀਂ ਦੋ ਨਹੀਂ ਤਿੰਨ ਚਾਰ ਵਾਰ ਦੇਖ ਕੇ ਇੱਕ ਹੀ ਚੀਜ਼ ਕੀ ਉਹੀ ਦੁਬਾਰਾ ਕਹਾਂਗੀ ਕਿ ਹਾਲੀਵੁੱਡ ਲੈਵਲ ਦੀ ਫਿਲਮ ਲੱਗ ਰਹੀ ਹੈ ਹਾਲੀਵੁੱਡ ਲੈਵਲ ਦੀ ਫਿਲਮ ਹੈ ਉਹ ਚੀਜ਼ ਲੱਗ ਰਹੀ ਹੈ ਤੇ ਹੁਣ ਮੈਨੂੰ ਐਕਸ਼ਨ ਹਾਲੀਵੁੱਡ ਲੈਵਲ ਜੀ ਐਂਡ ਇਮੋਸ਼ਨ ਇੰਡੀਆ ਲੈਵਲ ਜੀ ਤੇ ਸੋ ਹੁਣ ਫਿਲਮ ਨੂੰ ਦੇਖਣ ਤੋਂ ਬਾਅਦ ਅਸੀਂ ਪੱਕਾ ਰਿਵਿਊ ਦਵਾਂਗੇ ਫਿਲਮ ਨੂੰ ਲੈ ਕੇ ਓਨੈਸਟ ਕਿ ਫਿਲਮ ਕਿਵੇਂ ਦੀ ਆ ਕਿ ਕੁਝ ਖਾਸ ਸਾਨੂੰ ਦੇਖਣ ਨੂੰ ਮਿਲਦਾ ਹੈ ਕਿਉਂਕਿ ਟੀਜ਼ਰ ਤੇ ਟ੍ਰੇਲਰ ਨੂੰ ਤਾਂ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਚਲੋ ਫਰਸਟ ਸਟੈਪ ਇਜ਼ ਕੰਪਲੀਟਡ ਸੈਕੰਡ ਸਟੈਪ ਵਿਲ ਬੀ ਕੰਪਲੀਟਡ ਥੈਂਕ ਯੂ ਸੋ ਮਚ ਐਂਡ ਕਬੀਰ ਬੇਦੀ ਜੀ ਥੈਂਕ ਯੂ ਸੋ ਮਚ ਤੁਸੀਂ ਨਿਊਜ਼ ਰੂਮ ਦੇ ਵਿੱਚ ਆਏ ਤੇ ਆਲ ਦ ਵੈਰੀ ਬੈਸਟ ਫॉर ਯੂਰ ਫਿਲਮ 12 ਸਾਲ ਬਾਅਦ ਤੁਸੀਂ ਬਾਲੀਵੁੱਡ ਦੇ ਵਿੱਚ ਆ ਰਹੇ ਹੋ ਸੋ ਵੀ ਵਿਸ਼ ਯੂ ਆਲ ਦ ਬੈਸਟ ਕਿਉਂਕਿ ਲੋਕ ਜਿਹੜੇ ਆ ਤੁਹਾਨੂੰ ਜ਼ਰੂਰ ਦੇਖਣਾ ਚਾਹਣਗੇ ਬਾਲੀਵੁੱਡ ਦੇ ਵਿੱਚ ਹਾਲੀਵੁੱਡ 'ਚ ਦੇਖ ਚੁੱਕੇ ਬਾਲੀਵੁੱਡ 'ਚ ਦੇਖ ਚੁੱਕੇ ਹੁਣ ਬਾਲੀਵੁੱਡ ਦੇ ਵਿੱਚ ਥੈਂਕ ਯੂ ਨਿਹਾਰਿਕਾ ਥੈਂਕ ਯੂ ਸੋ ਮਚ ਫॉर एवरीथिंग आई एम सो grateful for having me and I wish you your team and your platform all the success in the world thank you so much all the best bye